ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹੱਲਾ ਪਹਿਲਾ। ਛੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਾਇਆ ਕੂੜ ਵਿਗਾੜ ਕਾਹੇ ਨਾਈਐ, ਨਾਤਾ ਸੋ ਪਰਵਾਣ ਸੱਚ ਕਮਾਈਐ। ਜਬ ਸਾਚ ਅੰਦਰ ਹੋਏ ਸਾਚਾ, ਤਾਮ ਸਾਚਾ ਪਾਈਐ। ਲਿਖੇ ਵਾਜਹੁ ਸੁਰਤ ਨਾਹੀ, ਬੋਲ ਬੋਲ ਗਵਾਈਐ। ਜਿੱਥੈ ਜਾਏ ਬਹੀਐ ਭਲਾ ਕਹੀਐ, ਸੁਰਤ ਸ਼ਬਦ ਲਿਖਾਈਐ। ਕਾਇਆ ਕੂੜ ਵਿਗਾੜ ਕਾਹੇ ਨਾਈਐ,
ਕਾਇਆ ਕੂੜ ਵਿਗਾੜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰੂ ਜੀ ਦੇ ਪਾਸ ਸਿੱਧਾ ਨੇ ਆ ਕਰਕੇ ਬੇਨਤੀ ਕੀਤੀ ਸੀ, ਮਹਾਰਾਜ ਆਓ ਸਾਡੇ ਨਾਲ ਮਿਲ ਕੇ ਨੀਮ ਖਾਰ ਤੀਰਥ ਤੇ ਜਾ ਕੇ ਮਹਾਰਾਜ ਇਸ਼ਨਾਨ ਕਰਕੇ ਆਈਏ। ਉਸ ਤੀਰਥ ਤੇ ਇਸ਼ਨਾਨ ਕਰਨੇ ਦਾ ਬਹੁਤ ਵੱਡਾ ਮਹਾਤਮ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਬੇਨਤੀ ਕੀਤੀ ਹੈ ਤਾਂ ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ ਸੰਤਾਂ ਦੀ ਬਾਣੀ ਅੰਦਰ। ਵਡਹੰਸ ਰਾਗ ਦੇ ਅੰਦਰ ਸਤਿਗੁਰੂ ਜੀ ਨੇ ਸੰਤ ਬਾਣੀ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਹੇ ਸਿੱਧੋ, ਜਿਵੇਂ ਤੁਸੀਂ ਸ਼ਰਾਬਾਂ ਪੀਂਦੇ ਹੋ, ਰਿੱਧੀਆਂ ਸਿੱਧੀਆਂ ਕਰਾਮਾਤਾਂ ਦੇ ਬਲ ਕਰਕੇ ਹਰ ਇੱਕ ਨੂੰ ਆਪਣੇ ਅੱਗੇ ਨਿਆਉਣ ਦੇ ਵਾਸਤੇ ਹੀ ਯਤਨ ਕਰਦੇ ਰਹਿੰਦੇ ਹੋ, ਜੇ ਇੱਦਾਂ ਦੇ ਕਰਮ ਜੀਵਨ ਵਿੱਚ ਧਾਰਨ ਕੀਤੇ ਹੈ ਫਿਰ ਤੀਰਥਾਂ ਤੇ ਇਸ਼ਨਾਨ ਕਰਨ ਦਾ ਵੀ ਕੋਈ ਲਾਭ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਤੀਰਥ ਤੇ ਇਸ਼ਨਾਨ ਕਰਨੇ ਦਾ ਤਾਂ ਹੀ ਮਹੱਤਵ ਮਿਲਦਾ ਜੇ ਜੀਵਨ ਦੇ ਅੰਦਰ ਚੰਗੀ ਕਮਾਈ ਹੋਵੇ, ਪਰਮਾਤਮਾ ਦੀ ਭਗਤੀ ਰੂਪ ਕਰਨੀ ਨੂੰ ਜੀਵਨ ਵਿੱਚ ਧਾਰਨ ਕੀਤਾ ਹੋਵੇ, ਤਾਂ ਹੀ ਅਸਲ ਦੇ ਵਿੱਚ ਤੀਰਥ ਤੇ ਇਸ਼ਨਾਨ ਕਰਨੇ ਦਾ ਪੂਰਾ ਪੂਰਾ ਫਲ ਮਿਲਦਾ ਹੈ। ਸਾਧ ਸੰਗਤ ਜੀ, ਕਈ ਵਾਰ ਅਸੀਂ ਸ਼ੰਕਾ ਕਰਦੇ ਹਾਂ ਕਿ ਫਿਰ ਤੀਰਥ ਤੇ ਇਸ਼ਨਾਨ ਕਰਨੇ ਦਾ ਕੋਈ ਲਾਭ ਨਹੀਂ ਹੈ। ਸਾਧ ਸੰਗਤ ਜੀ, ਲਾਭ ਹੈ। ਟੂਕ ਮਾਤਰ ਬੇਨਤੀ ਕਰ ਦੇਵਾਂ, ਜਿੱਥੇ ਜਿੱਥੇ ਵੀ ਗਰੀਬ ਨਵਾਜ ਸਤਿਗੁਰੂ ਜੀ ਦੇ ਮੁਬਾਰਕ ਚਰਨ ਪਏ ਆ, ਮਹਾਰਾਜ ਸਾਹਿਬ ਜੀ ਨੇ ਜੋ ਵਰਦਾਨ ਦਿੱਤੇ ਹਨ ਤੀਰਥ ਅਸਥਾਨਾਂ ਤੇ, ਸਾਧ ਸੰਗਤ ਜੀ ਅੱਜ ਵੀ ਉੱਥੇ ਕਲਾ ਵਰਤ ਰਹੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਸ ਸਰੋਵਰ ਦੇ ਪ੍ਰਥਾਏ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਕਿੰਨੇ ਵਚਨ ਉਚਾਰਨ ਕੀਤੇ ਹੈ ਗੁਰਬਾਣੀ ਵਿੱਚ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਰਾਮਦਾਸ ਸਰੋਵਰ ਨੀਕਾ ਜੋ ਨਹਾਵੈ ਸੋ ਕੁਲ ਤਰਾਵੈ ਉਧਾਰ ਹੋਵਾ ਹੈ ਜੀ ਕਾ। ਸਤਿਗੁਰੂ ਜੀ ਨੇ ਕਿੰਨੇ ਹੀ ਸਾਧ ਸੰਗਤ ਜੀ ਇਹ ਬਾਰ-ਬਾਰ ਸ਼ਬਦ ਉਚਾਰਨ ਕੀਤੇ ਹੈ। ਪਵਿੱਤਰ ਸਰੋਵਰ ਦੇ ਸਾਧ ਸੰਗਤ ਜੀ ਵਡਿਆਈ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤੀ ਹੈ। ਹੋਰ ਵੀ ਜਿੰਨੇ ਸਾਧ ਸੰਗਤ ਜੀ ਅਸਥਾਨ ਹਨ, ਜਿਵੇਂ ਮੁਕਤਸਰ ਸਾਹਿਬ ਪਾਵਨ ਅਸਥਾਨ ਹੈ। 40 ਮੁਕਤਿਆਂ ਨੇ ਦੁਸ਼ਮਣਾਂ ਦੇ ਨਾਲ ਲੜ ਕਰਕੇ ਜੰਗ ਦੇ ਮੈਦਾਨ ਦੇ ਅੰਦਰ ਜੂਝ ਕਰਕੇ ਸਾਧ ਸੰਗਤ ਜੀ ਸ਼ਹਾਦਤ ਦਾ ਜਾਮ ਪੀਤਾ। ਉੱਥੇ ਪਹਿਲਾਂ ਸਾਧ ਸੰਗਤ ਜੀ ਢਾਬ ਸੀ
ਤੇ ਹਜੂਰ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਵਰਦਾਨ ਦਿੱਤਾ ਸੀ ਕਿ ਇੱਥੇ ਮੁਕਤੀ ਦਾ ਸਰੋਵਰ ਬਣੇਗਾ। ਹੁਣ ਢਾਬ ਨਹੀਂ ਕਿਸੇ ਨੇ ਇੱਥੇ ਆਖਣਾ, ਸਤਿਗੁਰੂ ਜੀ ਨੇ ਮੁਕਤੀ ਦਾ ਵਰਦਾਨ ਦਿੱਤਾ ਉਸੇ ਪਵਿੱਤਰ ਸਰੋਵਰ ਨੂੰ। ਜੇ ਭਾਵਨਾ ਦੇ ਨਾਲ ਗੁਰਸਿੱਖ ਪਵਿੱਤਰ ਸਰੋਵਰ ਦੇ ਅੰਦਰ ਪਹਿਲਾਂ ਸਣੇ ਕਿਸੇ ਇਸ਼ਨਾਨ ਕਰੇ, ਜਪਜੀ ਸਾਹਿਬ ਦਾ ਪਾਠ ਕਰੇ, ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੇ, ਮਹਾਰਾਜ ਸੱਚੇ ਪਾਤਸ਼ਾਹ ਜੀ ਮੁਕਤੀ ਦੀ ਦਾਤ ਬਖਸ਼ਿਸ਼ ਕਰਦੇ ਹਨ। ਇਹ ਸਾਧ ਸੰਗਤ ਜੀ ਮਹਾਨ ਵਡਿਆਈ ਗਰੀਬ ਨਿਵਾਜ ਸਤਿਗੁਰੂ ਜੀ ਦੀ ਹੈ। ਤੋ ਇੱਥੇ ਹਜੂਰ ਸਾਹਿਬ ਦੀ ਪਾਵਨ ਧਰਤੀ ਤੇ ਵੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਗ ਲਾਏ ਹੈ। ਜਿੱਥੇ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਯਾਦ ਕਰਦੇ ਹਾਂ ਕਿ ਸਤਿਗੁਰੂ ਜੀ ਦਾ ਇਹ ਸੱਚਖੰਡ ਗਮਨਾ ਧਰਤੀ ਹੈ, ਸੱਚਖੰਡ ਸ੍ਰੀ ਹਜੂਰ ਸਾਹਿਬ ਦੀ। ਬੇਅੰਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੌਤਕ ਵਰਤਾਏ ਹੈ। ਜੋ ਇਸ ਲੰਗਰ ਸਾਹਿਬ ਪਾਵਨ ਅਸਥਾਨ ਤੇ ਅਸੀਂ ਜੁੜੇ ਹਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ, ਇਸ ਅਸਥਾਨ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਜਾਂ ਵਾਲੇ ਸਤਿਗੁਰੂ ਜੀ ਆਪ ਆਪਣੀ ਰਸਨਾ ਤੋਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਕਥਾ ਸਿੰਘਾਂ ਨੂੰ ਪੜ੍ਹਾਇਆ ਕਰਦੇ ਸਨ। ਆਪਣੀ ਰਸਨਾ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਥਾ ਕਰਿਆ ਕਰਦੇ। ਔਰ ਇਸੇ ਪ੍ਰਕਾਰ ਜਿੱਥੇ ਦਸਮ ਪਿਤਾ ਸਤਿਗੁਰੂ ਜੀ ਨੂੰ ਅਸੀਂ ਯਾਦ ਕਰਦੇ ਆ, ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਜੋ ਮੁਬਾਰਕ ਚਰਨ ਪਾਏ ਹੈ, ਜਿਵੇਂ ਬਿਦਰ ਹੈ ਕਰਨਾਟਕਾ ਦੇ ਵਿੱਚ ਨਾਨਕ ਚੀਰਾ ਸਾਹਿਬ, ਆਪ ਸੰਗਤ ਨੇ ਦੀਦਾਰ ਕੀਤੇ ਹੋਣਗੇ। ਉੱਥੇ ਅੱਜ ਵੀ ਸਤ ਸੰਗਤ ਜੀ ਉਸੇ ਤਰ੍ਹਾਂ ਹੀ ਜੋ ਧਰਤੀ ਦੇ ਹੇਠੋਂ ਹੀ ਜਿਹੜਾ ਜਲ ਪ੍ਰਗਟ ਹੈ, ਉਹ ਅੱਜ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉੱਥੇ ਕਲਾ ਵਰਤ ਰਹੀ ਹੈ। ਤੋ ਇੱਥੇ ਨਾਨਕਸਰ ਸਾਹਿਬ ਪਵਿੱਤਰ ਅਸਥਾਨ ਹੈ। ਆਪ ਸੰਗਤ ਨੇ ਦਰਸ਼ਨ ਕੀਤੇ ਹੋਣਗੇ, ਜੇ ਨਹੀਂ ਕੀਤੇ ਤਾਂ ਬੇਨਤੀ ਹੈ ਸਤ ਸੰਗਤ ਜੀ ਜ਼ਰੂਰ ਦਰਸ਼ਨ ਕਰਨੇ, ਕਿਉਂਕਿ ਇਹਨਾਂ ਗੁਰ ਅਸਥਾਨਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਜੇ ਸਿੱਖ ਦੇ ਅੰਦਰ ਭਾਵਨਾ ਹੋਵੇ, ਹਿਰਦੇ ਅੰਦਰ ਸ਼ਰਧਾ ਹੋਵੇ, ਗਰੀਬ ਨਿਵਾਜ ਸਤਿਗੁਰੂ ਜੀ ਜ਼ਰੂਰ ਜੀਵਨ ਦੇ ਅੰਦਰ ਖੇਡ ਵਰਤਾਉਂਦੇ ਆ। ਵੱਖਰੀ ਗੱਲ ਹੈ ਸਿੱਖ ਭਾਵਨਾ ਕਰਦਾ ਕਿ ਨਹੀਂ ਕਰਦਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਜਿਸ ਪਵਿੱਤਰ ਅਸਥਾਨ ਤੇ ਕੋੜ ਦਾ ਰੋਗ ਦੂਰ ਕੀਤਾ, ਉੱਥੇ ਸਾਧ ਸੰਗਤ ਜੀ ਭਾਈ ਮਰਦਾਨਾ ਜੀ ਦੇ ਬੇਨਤੀ ਕਰਨੇ ਤੇ ਮਹਾਰਾਜ ਸਾਹਿਬ ਜੀ ਨੇ ਜਲ ਵੀ ਪ੍ਰਗਟ ਕੀਤਾ ਹੈ, ਜਿਹੜਾ ਪਵਿੱਤਰ ਜਲ ਦਾ ਸੋਮਾ ਅੱਜ ਵੀ ਸਰੋਵਰ ਦੇ ਵਿੱਚ ਬਾਹਰੋਂ ਜਲ ਨਹੀਂ ਪਾਇਆ ਜਾਂਦਾ। ਉਸੇ ਤਰ੍ਹਾਂ ਅੱਜ ਵੀ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਲਾ ਵਰਤ ਰਹੀ ਹੈ। ਜਿਸ ਬੇਰੀ ਦੇ ਹੇਠਾਂ ਮਹਾਰਾਜ ਸਾਹਿਬ ਜੀ ਬੈਠੇ ਸਨ, ਅੱਜ ਵੀ ਬੇਰੀ ਉਸੇ ਤਰ੍ਹਾਂ ਹੀ ਸੁਭਾਇਮਾਨ ਹੈ। ਗਰੀਬ ਨਿਵਾਜ ਸਤਿਗੁਰੂ ਜੀ ਦੀ ਜਾਤ ਦਵਾਉਂਦੀ ਹੈ ਤੇ ਪਤਾ ਨਹੀਂ ਕਿੰਨੇ ਕੁ ਸੰਗਤਾਂ ਦੇ ਗਰੀਬ ਨਿਵਾਜ ਸਤਿਗੁਰੂ ਜੀ ਨੇ ਰੋਗ ਕੱਟੇ ਹੈ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਨੇ ਕਰਕੇ ਭਾਵਨਾ ਦੇ ਨਾਲ। ਤੋ ਇਸ ਲਈ ਕੋਈ ਸ਼ੰਕਾ ਨਹੀਂ ਕਰਨਾ ਚਾਹੀਦਾ, ਕਿਉਂਕਿ ਗੁਰੂ ਕੀ ਬਾਣੀ ਕਦੇ ਇੱਕ ਪੱਖ ਨਹੀਂ ਲੈ ਕਰਕੇ ਉਪਦੇਸ਼ ਦਿੰਦੀ। ਗਰੀਬ ਨਿਵਾਜ ਮਹਾਰਾਜ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਕੋਈ ਸਿੱਖ ਕਿਸੇ ਵੀ ਤਰ੍ਹਾਂ ਭਾਵਨਾ ਕਰਕੇ, ਕਿਸੇ ਤਰ੍ਹਾਂ ਮਨ ਵਿੱਚ ਕੋਈ ਸਵਾਲ ਲੈ ਕੇ ਗੁਰੂ ਕੀ ਬਾਣੀ ਦੀ ਵਿਚਾਰ ਕਰ ਲਵੇ, ਸਤਿਗੁਰੂ ਜੀ ਜਵਾਬ ਦੇ ਦਿੰਦੇ ਆ। ਕਿਹੜਾ ਸਾਧ ਸੰਗਤ ਜੀ ਸਵਾਲ ਹੈ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਵਿੱਚੋਂ ਨਾ ਜਿਸ ਦਾ ਜਵਾਬ ਮਿਲਦਾ ਹੋਵੇ, ਹਰ ਇੱਕ ਜਵਾਬ ਮਿਲ ਜਾਂਦਾ ਹੈ। ਸਤਿਗੁਰੂ ਜੀ ਪ੍ਰਤੱਖ ਹਾਜ਼ਰ ਨਾਜ਼ਰ ਹਨ, ਪਰ ਇਹ ਹੈ ਕਿ ਸਿੱਖ ਦੇ ਅੰਦਰ ਭਾਵਨਾ ਹੋਵੇ। ਕੋਈ ਕਟਾਕਸ਼ ਬਿਰਤੀ ਵਾਲਾ ਨਾ ਕਿਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਪੁੱਛੇ ਕਿ ਸ਼ੰਕਾਵਾਦੀ ਮਨੁੱਖ ਕਦੇ ਸਾਧ ਸੰਗਤ ਜੀ ਆਪਣੇ ਮਨ ਦੀ ਤਸੱਲੀ ਨਹੀਂ ਕਰ ਸਕਦਾ। ਜਿਹੜਾ ਸ਼ੰਕਾਵਾਦੀ ਹੈ ਨਾ, ਮਹਾਰਾਜ ਸੱਚੇ ਪਾਤਸ਼ਾਹੀ ਦੇ ਬਚਨਾਂ ਤੇ ਭਰੋਸਾ ਹੀ ਨਹੀਂ ਧਾਰਨ ਕਰਦਾ, ਜਿਸ ਨੂੰ ਸ਼ਰਧਾ ਹੀ ਨਹੀਂ ਹੈ ਗਰੀਬ ਨਿਵਾਜ ਸਤਿਗੁਰੂ ਜੀ ਦੀ ਪਵਿੱਤਰ ਗੁਰਬਾਣੀ ਤੇ, ਉਹਦਾ ਸਾਧ ਸੰਗਤ ਜੀ ਫਿਰ ਕੀ ਹੋ ਸਕਦਾ ਹੈ। ਕਿਉਂਕਿ ਸਿੱਖ ਦਾ ਫਰਜ਼ ਬਣਦਾ ਹੈ ਮਹਾਰਾਜ ਸਾਹਿਬ ਜੀ ਦੇ ਬਚਨਾਂ ਨੂੰ ਸਤ ਕਰਕੇ ਮੰਨਣਾ। ਤੋ ਜਿਵੇਂ ਬੇਨਤੀ ਕਰ ਰਿਹਾ ਸਾਈਸ ਪਾਵਨ ਸ਼ਬਦ ਦੀ ਜੋ ਉਥਾਨਕਾ ਹੈ, ਸਾਧ ਸੰਗਤ ਜੀ ਸਿੱਧਾ ਨੇ ਮਹਾਰਾਜ ਸਾਹਿਬ ਜੀ ਨੂੰ ਨੀਮ ਖਾਰ ਤੀਰਥ ਤੇ ਜਾ ਕੇ ਇਸ਼ਨਾਨ ਕਰਨੇ ਦੇ ਲਈ ਬੇਨਤੀ ਕੀਤੀ ਹੈ। ਤੋ ਹਜੂਰ ਉਹਨਾਂ ਦੇ ਔਗਣ ਜਾਣ ਕਰਕੇ
ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਹੋਏ ਸ਼ੰਤਾਂ ਬਾਣੀ ਦੇ ਵਿੱਚ ਸ਼ੰਤ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਹੈ ਵਡਹੰਸ ਰਾਗ ਦੇ ਅੰਦਰ ਕਿ ਜੇ ਔਗੁਣਾਂ ਨੂੰ ਧਾਰਨ ਕੀਤਾ ਫਿਰ ਤੀਰਥ ਤੇ ਇਸ਼ਨਾਨ ਕਰਨ ਦਾ ਵੀ ਕੋਈ ਲਾਭ ਨਹੀਂ ਹੈ। ਐਸਾ ਮਹਾਰਾਜ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਇੱਕ ਵਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਸਾਰੀ ਸੰਗਤ ਦੇ ਪਿਆਰ ਦੇ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪਹਿਲਾ। ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਡਹੰਸ ਰਾਗ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 565 ਅੰਗ ਤੇ ਸੁਸ਼ੋਭਿਤ ਹੈ। ਸ਼ੰਤ ਛੰਦ ਦੀ ਚਾਲ ਦਾ ਨਾਮ ਹੈ। ਸ਼ੰਤ ਨਾਮ ਜਸ ਦਾ ਵੀ ਹੈ ਜਿਸ ਵਿੱਚ ਪ੍ਰਮਾਤਮਾ ਦਾ ਜਸ ਉਚਾਰਨ ਕੀਤਾ ਹੈ। ਜਿਵੇਂ ਸਾਧ ਸੰਗਤ ਜੀ ਛੰਦਾਂ ਦੀਆਂ ਵੱਖੋ ਵੱਖਰੀਆਂ ਚਾਲਾਂ ਹੁੰਦੀਆਂ ਨੇ। ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਅੰਦਰ ਮਹਾਰਾਜ ਗੁਰੂ ਕਲਗੀਧਰ ਪਿਤਾ ਪਾਤਸ਼ਾਹ ਜੀ ਨੇ ਜਿਵੇਂ ਵੱਖੋ ਵੱਖਰੇ ਛੰਦ ਉਚਾਰਨ ਕੀਤੇ ਹੈ। ਛੰਦਾਂ ਦੇ ਵੀ ਸਤਿਗੁਰੂ ਜੀ ਨੇ ਪਵਿੱਤਰ ਗੁਰਬਾਣੀ ਉਚਾਰਨ ਕੀਤੀ ਹੈ। ਛੰਦਾਂ ਦੀਆਂ ਵੱਖੋ ਵੱਖਰਾ ਚਾਲਾਂ ਹੁੰਦੀਆਂ ਨੇ। ਜਿਵੇਂ ਦੋਹਰਾ ਛੰਦ ਹੈ, ਚੌਪਈ ਹੈ, ਛਪੈ ਛੰਦ ਹੈ, ਸਵਈਆ ਛੰਦ ਹੈ। ਇਹ ਸੋਰਠਾ ਛੰਦ ਜਿੰਨੇ ਵੀ ਛੰਦ ਹੈ ਨਾ ਸਾਰਿਆਂ ਦੀ ਵੱਖੋ ਵੱਖਰੀਆਂ ਚਾਲਾਂ ਹੁੰਦੀਆਂ ਨੇ ਤੇ ਉਹ ਚਾਲਾਂ ਦੇ ਹਿਸਾਬ ਦੇ ਨਾਲ ਵਿਸਰਾਮ ਵੀ ਸਾਧ ਸੰਗਤ ਜੀ ਫਿਰ ਉਸੇ ਤਰ੍ਹਾਂ ਲਗਾ ਕਰਕੇ ਗੁਰਬਾਣੀ ਦਾ ਜਾਪ ਕੀਤਾ ਜਾਂਦਾ ਹੈ। ਜੇ ਚਾਲ ਦਾ ਵੀ ਨਾ ਪਤਾ ਹੋਵੇ ਫਿਰ ਵਿਸਰਾਮ ਵੀ ਸਹੀ ਨਹੀਂ ਲੱਗਦਾ ਤੇ ਕਈ ਵਾਰ ਵਿਸਰਾਮ ਵੀ ਨਹੀਂ ਪਤਾ ਹੁੰਦਾ ਤੇ ਆਪਣੇ ਕੋਲੋਂ ਹੀ ਕਈ ਵਾਰ ਅਸੀਂ ਸਾਧ ਸੰਗਤ ਜੀ ਚਾਲ ਬਣਾਉਣ ਦਾ ਯਤਨ ਕਰਦੇ ਹਾਂ ਪਰ ਨਹੀਂ। ਹਰ ਇੱਕ ਛੰਦ ਦੀ ਵੱਖੋ ਵੱਖਰੀ ਚਾਲ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਛੰਦ ਉਚਾਰਨ ਕਰਦੇ ਆ। ਇਹ ਛੰਦ ਦੀ ਆਪਣੀ ਚਾਲ ਹੈ ਔਰ ਸਭ ਤੋਂ ਪਹਿਲਾਂ ਪਰਮੇਸ਼ਰ ਦਾ ਨਿਰਦੇਸ਼ਕ ਮੰਗਲ ਕਰ ਰਹੇ ਨੇ। ਇੱਕ ਅਦਵੈਤ ਸਰੂਪ ਹੈ। ਓੰਕਾਰ ਸਰਬ ਜੀਵਾਂ ਦਾ ਪ੍ਰਕਾਸ਼ਕ ਹੈ। ਸਤ ਸਦੀਵੀ ਕਾਲ ਸੱਚਾ ਹੈ। ਗੁਰ ਚੇਤਨ ਸਰੂਪ ਹੈ। ਪ੍ਰਸਾਦ ਇੱਕ ਰਸ ਆਨੰਦ ਸਰੂਪ ਹੈ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਪਰਮੇਸ਼ਰ ਮਿਲਦਾ ਹੈ। ਕਾਇਆ ਕੂੜ ਵਿਗਾੜ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਖ ਰਹੇ ਨੇ, ਹੇ ਸਿੱਧੋ ਤੁਹਾਡੀ ਜਿਹੜੀ ਕਾਇਆ ਹੈ ਨਾ ਸਰੀਰ ਹੈ ਇਸ ਨੂੰ ਝੂਠ ਨੇ ਵਿਗਾੜਿਆ ਹੋਇਆ ਹੈ। ਤੁਸੀਂ ਝੂਠ ਬੋਲਦੇ ਹੋ ਕਿ ਅਸੀਂ ਹੁਣ ਬ੍ਰਹਮ ਰੂਪ ਹੀ ਹੋ ਗਏ ਆ। ਸਾਡੇ ਕੋਲ ਕਰਮਾਤਾਂ ਰਿੱਧੀਆਂ ਸਿੱਧੀਆਂ ਸ਼ਕਤੀਆਂ ਪ੍ਰਾਪਤ ਹੋ ਗਈਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਾਇਆ ਕੂੜ ਵਿਗਾੜ। ਜਿਹੜੀ ਜੀਵ ਦੀ ਇਹ ਕਾਇਆ ਦੇਹੀ ਹੈ ਨਾ ਇਸ ਨੂੰ ਝੂਠ ਨੇ ਵਿਗਾੜਿਆ ਹੋਇਆ ਹੈ। ਝੂਠ ਬੋਲ ਕਰਕੇ ਸਾਧ ਸੰਗਤ ਜੀ ਹੱਥਾਂ ਦੇ ਨਾਲ ਚੋਰੀਆਂ ਕਰਦਾ ਹੈ ਜਾਂ ਪੈਰਾਂ ਦੇ ਨਾਲ ਚੋਰੀ ਕਰਨ ਵਾਸਤੇ ਕਿਤੇ ਜਾਂਦਾ ਹੈ। ਕਾਲੀ ਦੇ ਨਾਲ ਭੱਜ ਕਰਕੇ ਜਾਂਦਾ ਜਾਂ ਆਪਣੇ ਆਪ ਨੂੰ ਬਚਾਉਣ ਦੇ ਵਾਸਤੇ ਭੱਜਦਾ ਹੈ ਚੋਰੀ ਕਰਕੇ। ਇਹ ਸਰੀਰ ਨੂੰ ਮਹਾਰਾਜ ਕਹਿੰਦੇ ਝੂਠ ਨੇ ਵਿਗਾੜ ਦਿੱਤਾ ਹੈ। ਜਾਂ ਫਿਰ ਕਾਇਆ ਕੂੜ ਵਿਗਾੜ। ਇੱਕ ਪ੍ਰਤੱਖ ਸਥੂਲ ਕਾਇਆ ਹੈ, ਦੂਸਰੀ ਇਹ ਸਰੀਰ ਦੇ ਅੰਦਰ ਜਿਹੜੀ ਸੂਖਸ਼ਮ ਕਾਇਆ ਹੈ ਉਸ ਨੂੰ ਸਾਧ ਸੰਗਤ ਜੀ ਝੂਠ ਨੇ ਵਿਗਾੜਿਆ ਹੋਇਆ। ਕਹਿ ਲਈਏ ਕਿ ਜਿਹੜਾ ਮਨ ਹੈ ਨਾ ਝੂਠ ਕਰਕੇ ਮਹਾਰਾਜ ਕਹਿੰਦੇ ਵਿਗੜਿਆ ਹੋਇਆ। ਇਹ ਜੀਵ ਜਿਹੜਾ ਜੀਵਨ ਦੇ ਅੰਦਰ ਤੂੰ ਝੂਠ ਧਾਰਨ ਕੀਤਾ, ਝੂਠ ਬੋਲਣਾ, ਝੂਠਿਆਂ ਦੀ ਖੋਟੀ ਸੰਗਤ ਕਰਨੀ, ਝੂਠੀ ਕਮਾਈ ਕਰਨੀ ਇਤਿਆਦਿਕ ਸਭ ਕੁਝ ਝੂਠ ਕੂੜ ਹੀ ਜੀਵਨ ਦੇ ਅੰਦਰ ਧਾਰਨ ਕੀਤਾ ਹੋਇਆ। ਹਜੂਰ ਬਖਸ਼ਿਸ਼ ਕਰਦੇ ਨੇ ਇਸ ਝੂਠ ਨੇ ਹੀ ਸੂਖਸ਼ਮ ਕਾਇਆ ਨੂੰ ਵਿਗਾੜਿਆ ਹੋਇਆ। ਮਨ ਇਸ ਝੂਠ ਦੇ ਕਰਕੇ ਮਹਾਰਾਜ ਕਹਿੰਦੇ ਵਿਗੜਿਆ ਹੈ। ਕਾਹੇ ਨਾਈਐ। ਇਹ ਸਿੱਧੋ ਫਿਰ ਕਾਹੇ ਕਿਸ ਵਾਸਤੇ ਤੀਰਥ ਤੇ ਜਾ ਕਰਕੇ ਇਸ਼ਨਾਨ ਕਰਨਾ ਹੈ। ਜੇ ਝੂਠ ਹੀ ਆਪਣੇ ਜੀਵਨ ਦੇ ਵਿੱਚ ਧਾਰਨ ਕੀਤਾ ਤੇ ਫਿਰ ਤੀਰਥ ਤੇ ਜਾ ਕਰਕੇ ਵੀ ਕੋਈ ਲਾਭ ਥੋੜਾ ਪ੍ਰਾਪਤ ਹੋ ਸਕਦਾ ਹੈ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਆ, ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। हे ਜੀਵ, ਸਭ ਤੋਂ ਸ਼੍ਰੋਮਣੀ ਤੀਰਥ ਹੈ ਪਰਮੇਸ਼ਰ ਦਾ ਨਾਮ।
ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਭ ਤੋਂ ਉੱਚਾ ਸੁੱਚਾ ਤੀਰਥ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਸ਼ਬਦ ਦੇ ਵਿਚਾਰ ਦੁਆਰਾ हे ਜੀਵ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ, ਤੇ ਜਦੋਂ ਹਿਰਦੇ ਅੰਦਰ ਜੀਵ ਨੂੰ ਸੋਝੀ ਮਿਲਦੀ ਹੈ ਫਿਰ ਭਾਵਨਾ ਦੇ ਨਾਲ ਸਾਧ ਸੰਗਤ ਜੀ ਤੀਰਥ ਤੇ ਜਾ ਕਰਕੇ ਵੀ ਪ੍ਰਤੱਖ ਵੀ ਤੀਰਥ ਤੇ ਜਾ ਕੇ ਇਸ਼ਨਾਨ ਕਰਦਾ, ਭਾਵਨਾ ਸ਼ਰਧਾ ਦੇ ਨਾਲ। ਨਹੀਂ ਤਾਂ ਇਦਾਂ ਦੀ ਹਾਲਤ ਹੋ ਜਾਂਦੀ ਹੈ, ਇੱਕ ਭਾਉ ਲੱਥੀ ਨਹਾਤਿਆ ਦੋਏ ਭਾ ਚੜ੍ਹੀਅਸ ਹੋਰ। ਜੇ ਮੰਨ ਲਓ ਕਿ ਤੀਰਥ ਤੇ ਇਸ਼ਨਾਨ ਕੀਤਾ ਹੈ, ਕੁਝ ਪੱਖ ਦੀ ਜਿਹੜੀ ਮੈਲ ਲੱਥ ਗਈ ਹੈ, ਪਰ ਉੱਥੇ ਜਾ ਕੇ ਜੇ ਝੂਠ ਬੋਲਿਆ, ਜੇ ਸਾਧ ਸੰਗਤ ਜੀ ਚੋਰੀਆਂ ਕੀਤੀਆਂ, ਤੇ ਉਹਦੇ ਨਾਲ ਫਿਰ ਕਹਿੰਦੇ ਹੋਰ ਵੀ ਦੁੱਗਣੀ ਚੌਗਣੀ ਮੈਲ ਚੜ ਜਾਂਦੀ ਹੈ। ਗਏ ਤਾਂ ਪਾਪ ਕਰਮਾਂ ਦੀ ਮੈਲ ਲਾਉਣ ਵਾਸਤੇ ਸੀ ਨਾ, ਕਿ ਮੇਰੇ ਅੰਦਰ ਦੀ ਮੈਲ ਅਭਾਵ ਹੋ ਜਾਵੇ, ਪਰ ਉੱਥੇ ਜਾ ਕਰ ਜੇ ਝੂਠ ਹੀ ਬੋਲਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਭਾਉ ਲੱਥੀ ਨਹਾਤਿਆ ਦੋਏ ਭਾ ਚੜ੍ਹੀਅਸ ਹੋਰ। ਦੁੱਗਣੀ ਹੋਰ ਮੈਲ ਚੜਾ ਕਰਕੇ ਆ ਗਿਆ ਝੂਠ ਬੋਲ ਕਰਕੇ। ਤੋ ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਚਾਰਨ ਕਰ ਰਹੇ ਨੇ, ਕਾਇਆ ਕੂੜ ਵਿਗਾੜ ਕਾਹੇ ਨਹਾਈਐ। हे ਜੀਵ ਕਾਸੇ ਕਿਸ ਵਾਸਤੇ ਫਿਰ ਤੂੰ ਤੀਰਥ ਤੇ ਜਾ ਕਰਕੇ ਦਾਵਾ ਕਰਦਾ ਇਸ਼ਨਾਨ ਕਰਨੇ ਦਾ। ਤੇ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਤ ਸੰਗਤ ਜੀ ਗੁਰਬਾਣੀ ਅੰਦਰ ਜੋ ਸਿੱਖ ਦੀ ਮਰਜ਼ਾਦਾ ਦ੍ਰਿੜ ਕਰਵਾਈ ਹੈ ਨਾ, ਸਿੱਖਾਂ ਨੇ ਬੇਨਤੀ ਕੀਤੀ ਸੀ ਇੱਕ ਵਾਰ ਸਤਿਗੁਰੂ ਜੀ ਦੇ ਚਰਨਾਂ ਵਿੱਚ, ਮਹਾਰਾਜ ਸਿੱਖ ਦੀ ਮਰਜ਼ਾਦਾ ਕਿਹੋ ਜਿਹੀ ਹੋਣੀ ਚਾਹੀਦੀ ਹੈ, ਭਾਵ ਸਿੱਖ ਦੀ ਰਹਿਣੀ ਕਿੱਦਾਂ ਦੀ ਹੋਣੀ ਚਾਹੀਦੀ ਹੈ। ਤੇ ਹਜੂਰ ਨੇ ਉਚਾਰਨ ਕੀਤਾ ਸੀ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਤੇ ਆਵੈ। ਕਿ ਜਿਹੜਾ ਆਪਣੇ ਆਪ ਨੂੰ ਸਤਿਗੁਰੂ ਨਾਨਕ ਪਾਤਸ਼ਾਹੀ ਦੇ ਘਰ ਦਾ ਸਿੱਖ ਖਵਾਉਂਦਾ ਹੈ ਨਾ, ਉਹਦੀ ਰਹਿਣੀ ਇਦਾਂ ਦੀ ਹੋਣੀ ਚਾਹੀਦੀ ਹੈ, ਭਲਕੇ ਤੋਂ ਭਾਵ ਪ੍ਰਭਾਤ ਵੇਲੇ ਅੰਮ੍ਰਿਤ ਵੇਲੇ ਉੱਠਣਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਤੇ ਆਵੈ। ਉਦਮ ਕਰੇ ਭਲ ਕੇ ਪ੍ਰਭਾਤੇ ਇਸ਼ਨਾਨ ਕਰੈ ਅੰਮ੍ਰਿਤ ਸਰ ਨਹਾਵੈ। ਨਹਾਉਣਾ ਅਤੇ ਇਸ਼ਨਾਨ ਕਰਨਾ ਭਾਵੇਂ ਇੱਕੋ ਹੀ ਅਰਥ ਹੈ, ਪਰ ਇੱਥੇ ਸਾਧ ਸੰਗਤ ਜੀ ਇੱਕ ਦੇ ਵਿੱਚ ਤਨ ਨੂੰ ਤੇ ਦੂਜੇ ਮਨ ਨੂੰ ਆਖਿਆ ਕਿ ਜਿਵੇਂ ਤਨ ਦੀ ਪਵਿੱਤਰਤਾ ਕਰਨੀ ਪ੍ਰਤੱਖ ਜਲ ਦੇ ਨਾਲ, ਉਥੇ ਸਤ ਸੰਗਤ ਰੂਪੀ ਸਰੋਵਰ ਵਿੱਚ ਆ ਕੇ ਨਾਮ ਰੂਪੀ ਜਲ ਦੇ ਨਾਲ ਮਨ ਨੂੰ ਪਵਿੱਤਰ ਕੀਤਾ ਜਾਣਾ। ਇਹ ਸਿੱਖ ਦੀ ਰਹਿਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਇਹ ਸਿੱਖਿਆ ਦ੍ਰਿੜ ਕਰਵਾਈ ਹੈ ਪਾਵਨ ਗੁਰਬਾਣੀ ਅੰਦਰ। ਤੇ ਇਸ ਕਰਕੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਹੈ, ਕਾਇਆ ਕੂੜ ਵਿਗਾੜ ਕਾਹੇ ਨਹਾਈਐ। ਜੇ ਝੂਠ ਹੀ ਜੀਵਨ ਦੇ ਵਿੱਚ ਧਾਰਨ ਕੀਤਾ ਹੈ, ਫਿਰ ਨਹਾਉਣ ਦਾ ਵੀ ਮਹਾਰਾਜ ਕਹਿੰਦੇ ਇਸ਼ਨਾਨ ਕਰਨ ਦਾ ਕੋਈ ਲਾਭ ਨਹੀਂ ਪ੍ਰਾਪਤ ਹੋ ਸਕਦਾ। ਜੇ ਬਦ ਫੈਲੀਆਂ ਕਰਨੀਆਂ ਛੱਡਣੀਆਂ ਹੀ ਨਹੀਂ ਹੈ, ਮਨ ਮੱਤਾਂ ਕਰਨੀਆਂ, ਜੀਵਨ ਦੇ ਅੰਦਰੋਂ ਅਭਾਵ ਹੀ ਨਹੀਂ ਕਰਨੀਆਂ, ਫਿਰ ਹਜ਼ੂਰ ਕਹਿੰਦੀ ਤੀਰਥ ਤੇ ਜਾ ਕਰਕੇ ਇਸ਼ਨਾਨ ਕਰਨੇ ਦਾ ਕੀ ਲਾਭ ਹੈ। ਫਿਰ ਐਸੇ ਜੀਵਾਂ ਦੇ ਪਰਥਾਏ ਤਾਂ ਸਤਿਗੁਰੂ ਜੀ ਨੇ ਉਦਾਹਰਣ ਦੇ ਕਰਕੇ ਵਚਨ ਉਚਾਰਨ ਕੀਤੇ ਹੈ ਨਾ, ਕਿ ਜਲ ਕੇ ਮੱਜਨ ਕਹਿੰਦੇ ਹਨ ਕਿ ਜੇ ਪਾਣੀ ਵਿੱਚ ਇਸ਼ਨਾਨ ਕਰਨ ਦੇ ਨਾਲ ਹੀ ਜੀਵ ਪਵਿੱਤਰ ਹੋ ਜਾਂਦਾ ਹੈ। ਜਲ ਕੇ ਮੱਜਨ ਜੇ ਗਤ ਹੋਵੇ ਨਿਤ ਨਿਤ ਮੇਂਢਕ ਨਹਾਵੈ। ਮੇਂਢਕ ਕਹਿੰਦੇ ਨੇ ਡੱਡੂ ਨੂੰ, ਡੱਡੂ ਤੇ ਕਹਿੰਦੇ ਫਿਰ ਪਾਣੀ ਵਿੱਚ ਹੀ ਰਹਿੰਦਾ, ਉਹ ਮੁਕਤ ਕਿਉਂ ਨਹੀਂ ਹੋ ਜਾਂਦਾ। ਔਰ ਗੁਰਬਾਣੀ ਦੇ ਬਚਨਾਂ ਅਨੁਸਾਰ 42 ਲੱਖ ਜੀਵ ਜਲ ਮਹਿ ਹੋਤੇ, 42 ਲੱਖ ਜੀਵ ਪਾਣੀ ਦੇ ਵਿੱਚ ਮੰਨੇ ਹਨ ਗੁਰੂ ਕੀ ਬਾਣੀ ਦੇ ਬਚਨਾਂ ਅਨੁਸਾਰ। 84 ਲੱਖ ਜੂਨਾ ਹੀ ਹੈ ਨਾ, 42 ਲੱਖ ਜਿਹੜੇ ਜੀਵ ਹਨ ਸਾਧ ਸੰਗਤ ਜੀ ਉਹ ਪਾਣੀ ਦੇ ਵਿੱਚ ਮੰਨੇ ਗਏ ਹੈ, ਫਿਰ ਉਹਨਾਂ ਨੂੰ ਮੁਕਤ ਹੋ ਜਾਣਾ ਚਾਹੀਦਾ ਹੈ। ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਉਚਾਰਨ ਕਰ ਰਹੇ, ਇਹ ਦਾਤ ਜੀਵਨ ਦੇ ਅੰਦਰ ਤਾਂ ਹੀ ਮਿਲਦੀ ਹੈ ਜੇ ਪ੍ਰਮਾਤਮਾ ਦਾ ਭਜਨ ਵੀ ਕਰੇ। ਇਕੱਲਾ ਤਨ ਦੀ ਪਵਿੱਤਰਤਾ ਕਰਕੇ ਨਹੀਂ ਹੈ ਜੀਵਨ ਮੁਕਤੀ ਦਾ ਆਨੰਦ ਮਾਣਿਆ ਜਾ ਸਕਦਾ। ਮਹਾਰਾਜ ਕਹਿੰਦੇ ਮਨ ਨੂੰ ਪਵਿੱਤਰ ਕਰਨ ਦੇ ਲਈ ਪਰਮੇਸ਼ਰ ਦਾ ਨਾਮ ਵੀ ਜਪਣਾ ਚਾਹੀਦਾ। ਹਿਰਦੇ ਅੰਦਰ ਖੋਟ ਦੂਰ ਕਰਕੇ ਔਰ ਝੂਠ ਨੂੰ ਮਹਾਰਾਜ ਕਹਿੰਦੇ ਅਭਾਵ ਕਰਕੇ ਸੱਚ ਨੂੰ ਜੀਵਨ ਦੇ ਵਿੱਚ ਧਾਰਨ ਕਰੇ, ਸੱਚੇ ਨਾਮ ਦਾ ਜੀਵਨ ਦੇ ਅੰਦਰ ਜਾਪ ਕਰੇ, ਤਾਂ ਹੀ ਮਹਾਰਾਜ ਕਹਿੰਦੇ ਕੁਝ ਲਾਹਾ ਮਿਲ ਸਕਦਾ ਹੈ। ਨਹੀਂ ਤਾਂ ਕਾਇਆ ਕੂੜ ਵਿਗਾੜ
ਕਾਹੇ ਨਹਾਈਐ। ਇਹ ਵਿਗੜੇ ਹੋਏ ਮਨ ਜੇ ਤੀਰਥ ਤੇ ਵੀ ਇਸ਼ਨਾਨ ਕਰਦਾ ਹੈ, ਤੇ ਫਿਰ ਕੀ ਲਾਭ ਖੱਟ ਸਕਦਾ ਹੈ। ਨਾਤਾ ਸੋ ਪਰਵਾਣ। ਤੇ ਫਿਰ ਸਿੱਧ ਪੁੱਛਦੇ ਨੇ ਮਹਾਰਾਜ ਸਾਹਿਬ ਜੀ ਨੂੰ, ਸੱਚੇ ਪਾਤਸ਼ਾਹ ਜੀ, ਕਿਹਨਾਂ ਦਾ ਕੀਤਾ ਹੋਇਆ ਇਸ਼ਨਾਨ ਜਿਹੜਾ ਸਫਲਾ ਹੁੰਦਾ ਹੈ। ਮਹਾਰਾਜ, ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨੇ ਦਾ ਪੂਰਾ ਲਾਭ ਕਿਹਨਾਂ ਨੂੰ ਮਿਲਦਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੱਸਦੇ ਹਨ, ਸੱਚ ਕਮਾਈ ਹੈ। ਹੇ ਸਿੱਧੋ, ਜਿਹੜੇ ਸੱਚੇ ਨਾਮ ਦੀ ਕਮਾਈ ਕਰਦੇ ਆ ਨਾ, ਨਾਤਾ ਸੋ ਪ੍ਰਵਾਨ, ਉਹਨਾਂ ਦਾ ਕੀਤਾ ਹੋਇਆ ਇਸ਼ਨਾਨ ਵੀ ਪ੍ਰਵਾਨ ਹੋ ਜਾਂਦਾ ਹੈ। ਉਹਨਾਂ ਨੂੰ ਪੂਰਾ ਲਾਭ ਮਿਲਦਾ ਹੈ ਜੋ ਸੱਚੇ ਨਾਮ ਦੀ ਵੀ ਕਮਾਈ ਕਰਦੇ ਹਨ। ਤੇ ਸਾਧ ਸੰਗਤ ਜੀ, ਗੁਰਮੁਖਾਂ ਗੁਰਸਿੱਖਾਂ ਦੇ ਜੀਵਨ ਹਨ ਜੋ ਕਿਤੇ ਵੀ ਤੀਰਥ ਸਥਾਨ ਤੇ ਜਾਣਾ, ਸਭ ਤੋਂ ਪਹਿਲਾਂ ਕੋਈ ਗੁਰੂ ਕੀ ਬਾਣੀ ਦਾ ਜਾਪ ਕਰਦੇ ਹਨ। ਭਾਵੇਂ ਜਪਜੀ ਸਾਹਿਬ ਪੜ੍ਹ ਲੈਣ, ਚੌਪਈ ਸਾਹਿਬ, ਕਈ ਜਿੰਨੀ ਕੋ ਸਮਰੱਥਾ ਹੈ, ਜਿੰਨੀ ਕੁ ਸਤਿਗੁਰੂ ਜੀ ਪੜ੍ਹਾ ਲੈਂਦੇ। ਸੁਖਮਨੀ ਸਾਹਿਬ ਗੁਰਬਾਣੀ ਦਾ ਪਾਠ ਵੀ ਗੁਰਸਿੱਖ ਪਿਆਰ ਦੇ ਨਾਲ ਕਰਦੇ ਆ। ਫਿਰ ਸਾਧ ਸੰਗਤ ਜੀ, ਬਾਹਰੋਂ ਜਲ ਦੇ ਨਾਲ ਇਸ਼ਨਾਨ ਕਰਨਾ, ਤਨ ਦੀ ਪਵਿੱਤਰਤਾ ਵੀ ਚਾਹੀਦੀ ਹੈ। ਫਿਰ ਸਾਧ ਸੰਗਤ ਜੀ, ਅਰਦਾਸ ਕਰਨੀ ਹੈ। ਪਵਿੱਤਰ ਸਰੋਵਰ ਦੇ ਵਿੱਚੋਂ ਵੀ, ਮਹਾਰਾਜ ਸੱਚੇ ਪਾਤਸ਼ਾਹੀ ਦੇ ਸਰੋਵਰ ਦੇ ਵਿੱਚੋਂ ਵੀ ਇਸ਼ਨਾਨ ਕਰਨਾ। ਪਹਿਲਾਂ ਗੁਰੂ ਕੀ ਬਾਣੀ ਦਾ ਜਾਪ ਕਰਨਾ ਕਿ ਨਾਲ ਮਨ ਦੀ ਪਵਿੱਤਰਤਾ ਵੀ ਹੋ ਜਾਵੇ, ਮਨ ਦੇ ਅੰਦਰ ਭਾਵਨਾ ਸ਼ਰਧਾ ਵੱਧ ਜਾਵੇ ਸਤਿਗੁਰੂ ਜੀ ਦੇ ਚਰਨਾਂ ਤੇ ਭਾਵਨਾ ਦੇ ਹੀ ਸਾਰੀ ਸਾਧ ਸੰਗਤ ਜੀ ਖੇਡ ਹੈ। ਭਾਵਨਾ ਤੋਂ ਬਿਨਾਂ ਕੁਝ ਪ੍ਰਾਪਤ ਵੀ ਨਹੀਂ ਕੀਤਾ ਜਾ ਸਕਦਾ। ਸ਼ਰਧਾ ਭਾਵਨਾ ਤੋਂ ਬਿਨਾਂ ਕੁਝ ਜੀਵਨ ਦੇ ਅੰਦਰ ਖਟਿਆ ਵੀ ਨਹੀਂ ਜਾ ਸਕਦਾ। ਇਸ ਲਈ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਨਾਤਾ ਸੋ ਪ੍ਰਵਾਨ ਸੱਚ ਕਮਾਈਐ। ਹੇ ਗੁਰਸਿੱਖੋ, ਉਹਨਾਂ ਦਾ ਕੀਤਾ ਹੋਇਆ ਇਸ਼ਨਾਨ ਵੀ ਪ੍ਰਵਾਨ ਹੋ ਜਾਂਦਾ ਹੈ ਜਿਨ੍ਹਾਂ ਨੇ ਸੱਚ ਦੀ ਕਮਾਈ ਕੀਤੀ ਹੈ। ਅਥਵਾ ਸਤ ਸੰਗਤ ਰੂਪੀ ਸਰੋਵਰ ਵਿੱਚ ਆ ਕੇ ਵੀ ਉਹਨਾਂ ਦੇ ਮਨ ਦਾ ਕੀਤਾ ਹੋਇਆ ਇਸ਼ਨਾਨ ਪ੍ਰਵਾਨ ਹੈ, ਸਫਲਾ ਹੈ, ਜਿਨ੍ਹਾਂ ਨੇ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਦੀ ਕਮਾਈ ਕੀਤੀ ਹੈ। ਇੱਕ ਤਾਂ ਪ੍ਰਤੱਖ ਸਰੋਵਰ ਦੇ ਪ੍ਰਥਾਏ ਸਤਿਗੁਰੂ ਜੀ ਉਪਦੇਸ਼ ਦੇ ਰਹੇ ਨੇ, ਇੱਕ ਅੰਤਰੀਵ ਸਰੋਵਰ ਹੈ ਮਨ ਨੂੰ ਪਵਿੱਤਰ ਕਰਨੇ ਦਾ। ਕਿਉਂਕਿ ਕਈ ਵਾਰ ਸਤ ਸੰਗਤ ਵਿੱਚ ਜਾ ਕੇ ਵੀ ਅਸੀਂ ਆਪਣੀਆਂ ਹੀ ਗੱਲਾਂ ਕਰਦੇ ਰਹਿੰਦੇ ਹਾਂ, ਜਾਂ ਕਿਸੇ ਦੀ ਨਿੰਦਿਆ ਚੁਗਲੀ ਈਰਖਾ ਵਸ ਹੋ ਕਰਕੇ ਬਸ ਇਦਾਂ ਹੀ ਸਾਧ ਸੰਗਤ ਜੀ ਅਸੀਂ ਸਮਾਂ ਲੰਘਾ ਦਿੰਦੇ ਹਾਂ। ਜੇ ਪ੍ਰਤੱਖ ਵੀ ਤੀਰਥ ਯਾਤਰਾ ਤੇ ਜਾ ਕੇ, ਸਰੋਵਰ ਤੇ ਜਾ ਕੇ ਇਸ਼ਨਾਨ ਕਰਕੇ ਚੋਰੀਆਂ ਕੀਤੀਆਂ, ਝੂਠ ਬੋਲਿਆ, ਉਹਦਾ ਵੀ ਕੋਈ ਲਾਭ ਨਹੀਂ। ਤੇ ਸਤ ਸੰਗਤ ਰੂਪੀ ਸਰੋਵਰ ਵਿੱਚ ਆ ਕੇ ਵੀ ਜੇ ਆਪਣੀਆਂ ਗੱਲਾਂ ਬਾਤਾਂ ਕਰਦੇ ਰਹੇ, ਮਹਾਰਾਜ ਜੀ ਦੇ ਸ਼ਬਦ ਦੀ ਬਖਸ਼ੇ ਹੋਏ ਉਪਦੇਸ਼ ਦੀ ਕਮਾਈ ਨਾ ਕੀਤੀ, ਤੇ ਫਿਰ ਉਹ ਪ੍ਰਵਾਨ ਥੋੜਾ ਹੋ ਸਕਦਾ ਹੈ। ਨਾਤਾ ਸੋ ਪ੍ਰਵਾਨ ਸੱਚ ਕਮਾਈਐ। ਜਿਹੜਾ ਸਿੱਖ ਸਤਿਗੁਰੂ ਜੀ ਦੀ ਸੱਚੀ ਸਿੱਖਿਆ ਦੀ ਕਮਾਈ ਕਰਦਾ ਹੈ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਉਹਨਾਂ ਦਾ ਸਤ ਸੰਗਤ ਰੂਪੀ ਸਰੋਵਰ ਵਿੱਚ ਕੀਤਾ ਹੋਇਆ ਇਸ਼ਨਾਨ ਵੀ ਪ੍ਰਵਾਨ ਹੈ। ਭਾਵ ਸਤ ਸੰਗਤ ਵਿੱਚ ਆਇਆ ਹੋਇਆ ਉਹਨਾਂ ਗੁਰਸਿੱਖਾਂ ਦਾ ਸਫਲਾ ਹੈ। ਮਹਾਰਾਜ ਸਾਹਿਬ ਜੀ ਦੀ ਸੰਗਤ ਵਿੱਚ ਆ ਕੇ ਉਹਨਾਂ ਨੇ ਕੁਝ ਨਾ ਕੁਝ ਖੱਟਿਆ ਹੈ, ਕੁਝ ਗਵਾਇਆ ਨਹੀਂ ਹੈ। ਨਹੀਂ ਤੇ ਸਤ ਸੰਗਤ ਵਿੱਚ ਆ ਕੇ ਕੁਝ ਪਾਉਣ ਦੀ ਥਾਂ ਤੇ ਅਸੀਂ ਗਵਾ ਕੇ ਚਲੇ ਜਾਂਦੇ ਆ। ਕਿਉਂਕਿ ਮਹਾਰਾਜ ਸਾਹਿਬ ਜੀ ਨੇ ਜੀਵਨ ਦੀ ਸਫਲਤਾ ਦੇ ਅੰਦਰ ਸਭ ਤੋਂ ਸੁਖਾਲਾ ਸਾਧਨ ਸਤ ਸੰਗਤ ਦਾ ਦੱਸਿਆ ਹੈ। ਇਹ ਜੀਵ ਸਭ ਤੋਂ ਸੁਖਾਲਾ ਬੜਾ ਸਰਲ ਸਾਧਨ ਹੈ ਸਤ ਸੰਗਤ ਦਾ। ਜੇ ਪਿਆਰ ਦੇ ਨਾਲ ਮਹਾਰਾਜ ਜੀ ਦੀ ਸਤ ਸੰਗਤ ਕਰੇ, ਸਦੀਵੀ ਸੁਖ ਪ੍ਰਾਪਤ ਹੋ ਜਾਂਦਾ, ਸਾਰੇ ਸੁੱਖਾਂ ਦੀ ਦਾਤ ਮਿਲ ਜਾਂਦੀ ਹੈ ਜੇ ਕਿਤੇ ਸਤਿਗੁਰੂ ਜੀ ਦੀ ਸਤ ਸੰਗਤ ਪਿਆਰ ਦੇ ਨਾਲ ਕਰਦਾ ਹੈ। ਹਜੂਰ ਨੇ ਉਚਾਰਨ ਕੀਤੇ ਬਚਨ ਗੁਰਬਾਣੀ ਅੰਦਰ, ਜੇ ਲੋੜਹਿ ਸਦਾ ਸੁਖ ਭਾਈ, ਸਾਧੂ ਸੰਗਤ ਗੁਰਹਿ ਬਤਾਈ, ਊਹਾਂ ਜਪੀਐ ਕੇਵਲ ਨਾਮ, ਸਾਧੂ ਸੰਗਤ ਪਾਰ ਗਰਾਮ। ਤੇ ਸਤ ਸੰਗਤ ਵਿੱਚ ਆ ਕੇ ਮਹਾਰਾਜ ਕਹਿੰਦੇ ਊਹਾਂ ਜਪੀਐ ਕੇਵਲ ਨਾਮ, ਕੇਵਲ ਪਰਮੇਸ਼ਰ ਦੇ ਨਾਮ ਦਾ ਜਾਪ ਕਰਨਾ, ਮਹਾਰਾਜ ਜੀ ਦੀ ਜਸ ਨੂੰ ਭਾਵਨਾ ਦੇ ਨਾਲ ਸਰਵਣ ਕਰਨਾ। ਤਾਂ ਹਜੂਰ ਕਹਿੰਦੇ ਸਤ ਸੰਗਤ ਰੂਪੀ ਸਰੋਵਰ ਵਿੱਚ ਕੀਤਾ ਹੋਇਆ ਇਸ਼ਨਾਨ ਪ੍ਰਵਾਨ ਹੁੰਦਾ ਹੈ, ਸਫਲਾ ਹੋ ਜਾਂਦਾ ਹੈ। ਜਬ ਸਾਚ ਅੰਦਰ ਹੋਏ ਸਾਚਾ। ਜੇ ਹਿਰਦੇ ਅੰਦਰ ਪਰਮੇਸ਼ਰ ਦਾ ਸੱਚਾ ਨਾਮ ਹੋਵੇ, ਮਹਾਰਾਜ ਸੱਚੇ ਪਾਤਸ਼ਾਹੀ ਦਾ ਉਪਦੇਸ਼ ਸੱਚੇ ਨੂੰ ਧਾਰਨ ਕੀਤਾ ਹੋਵੇ, ਤਾਮ ਸਾਚਾ ਪਾਈਐ। ਤਾਮ ਕਹੀਏ ਤਾਂ ਹੀ ਸੱਚੇ ਪ੍ਰਮਾਤਮਾ ਨੂੰ ਪਾਈਦਾ ਹੈ।
ਜੇ ਸੱਚੇ ਉਪਦੇਸ਼ ਦੁਆਰਾ ਸੱਚੇ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਅੰਦਰ ਵਸਾਇਆ ਜਾਵੇ। ਨਾਮ ਕਰਕੇ ਹੀ ਨਾਮੀ ਪ੍ਰਮਾਤਮਾ ਦੀ ਪ੍ਰਾਪਤੀ ਹੈ। ਨਾਮ ਤੋਂ ਬਿਨਾਂ ਉਸ ਨਾਮੀ ਪਰਮੇਸ਼ਰ ਤੱਕ ਪਹੁੰਚਿਆ ਹੀ ਨਹੀਂ ਜਾ ਸਕਦਾ। ਤੋ ਇਸ ਲਈ ਪਾਤਸ਼ਾਹ ਜੀ ਕਹਿੰਦੇ ਹੈ ਜੀਵ ਪਰਮੇਸ਼ਰ ਦਾ ਨਾਮ ਸੱਚਾ ਹੈ। ਸਤਿਗੁਰੂ ਜੀ ਦੀ ਸੱਚੇ ਉਪਦੇਸ਼ ਦੁਆਰਾ ਵਾਹਿਗੁਰੂ ਦੇ ਸੱਚੇ ਨਾਮ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰ। ਤਾਮ ਸਾਚਾ ਪਾਈਐ, ਤਾਂ ਹੀ ਸੱਚੇ ਪ੍ਰਮਾਤਮਾ ਨੂੰ ਪਾ ਸਕੇਗਾ। ਤਾਂ ਹੀ ਸੱਚੇ ਸਵੈ ਸਰੂਪ ਦੀ ਤੈਨੂੰ ਪ੍ਰਾਪਤੀ ਹੋਣ ਵਾਲੀ ਹੈ। ਨਹੀਂ ਤਾਂ ਹੋਰ ਇਸ ਸੰਸਾਰ ਦੇ ਅੰਦਰ ਕਦੇ ਕੁਝ ਪ੍ਰਾਪਤੀ ਵਿੱਚ ਲੱਗਾ ਰਹਿੰਦਾ ਹੈ, ਕਦੇ ਕੁਝ ਪ੍ਰਾਪਤੀ ਵਿੱਚ ਲੱਗਾ ਰਹਿੰਦਾ ਹੈ, ਪਰ ਸੱਚਾ ਸਵੈ ਸਰੂਪ ਨਹੀਂ ਤੈਨੂੰ ਪ੍ਰਾਪਤ ਹੁੰਦਾ। ਹੋਰ ਦੂਜਿਆਂ ਨੂੰ ਪਾਉਣ ਦੇ ਵਾਸਤੇ ਤਾਂ ਜੀਵ ਯਤਨ ਕਰਦਾ ਰਹਿੰਦਾ ਹੈ, ਪਰ ਤੈਨੂੰ ਆਪਣਾ ਸਰੂਪ ਹੀ, ਆਪਣਾ ਨਿਜ ਘਰ ਹੀ ਨਹੀਂ ਤੈਨੂੰ ਪ੍ਰਾਪਤ ਹੁੰਦਾ ਪਿਆ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਨ, ਹੇ ਜੀਵ ਸੱਚੇ ਉਪਦੇਸ਼ ਦੁਆਰਾ ਗਰੀਬ ਨਵਾਜ ਸਤਿਗੁਰੂ ਜੀ ਤੋਂ ਉਪਦੇਸ਼ ਲੈ ਕੇ ਸੱਚੇ ਨਾਮ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰ ਲੈ। ਤਾਮ ਸਾਚਾ ਪਾਈਐ, ਤਾਂ ਹੀ ਸੱਚੇ ਵਾਹਿਗੁਰੂ ਜੀ ਦੇ ਬ੍ਰਹਮ ਸਰੂਪ ਨੂੰ ਪਾ ਸਕੇਗਾ। ਲਿਖੇ ਬਾਝਹੁ ਸੁਰਤ ਨਾਹੀ। ਸਾਧ ਸੰਗਤ ਜੀ, ਜੇ ਪ੍ਰਮਾਤਮਾ ਨੇ ਪੂਰਬਲੇ ਚੰਗੇ ਕਰਮਾਂ ਦੇ, ਨਿਸ਼ਕਾਮ ਕਰਮਾਂ ਦੇ ਲੇਖ ਨਹੀਂ ਨਾ ਜੀਵ ਦੇ ਮਸਤਕ ਤੇ ਲਿਖਣਾ ਕੀਤੇ, ਸੁਰਤ ਨਾਹੀ, ਜੀਵ ਨੂੰ ਸੁਰਤ ਗਿਆਨ ਨਹੀਂ ਉਹਨਾਂ ਚਿਰ ਪ੍ਰਾਪਤ ਹੁੰਦਾ। ਸੁਰਤ ਨਾਮ ਗਿਆਨ ਦਾ ਹੈ, ਸੁਰਤ ਨਾਮ ਸੁਰਤੀ ਦਾ ਵੀ ਹੈ, ਸੁਰਤ ਨਾਮ ਸੋ ਰਤ ਸ੍ਰੇਸ਼ਟ ਰਤ ਦਾ, ਸ੍ਰੇਸ਼ਟ ਪ੍ਰੇਮ ਦਾ ਵੀ ਹੈ। ਸੱਚੀ ਪ੍ਰੀਤ ਨੂੰ ਵੀ ਸਾਧ ਸੰਗਤ ਜੀ ਸੁਰਤ ਆਖਿਆ ਜਾਂਦਾ ਹੈ। ਤੋ ਇੱਥੇ ਅਸੀਂ ਅਰਥ ਕਰਦੇ ਹਾਂ ਇਸ ਦਾ, ਲਿਖੇ ਬਾਝਹੁ ਸੁਰਤ ਨਾਹੀ। ਪਰਮਾਤਮਾ ਦੇ ਜੀਵ ਦੇ ਮਸਤਕ ਦੇ ਚੰਗੇ ਲੇਖ ਨਾ ਲਿਖਣ ਕਰਕੇ ਸੁਰਤ ਨਾਹੀ, ਗਿਆਨ ਨਹੀਂ ਪ੍ਰਾਪਤ ਹੁੰਦਾ। ਕਿਉਂਕਿ ਜਿਹੜੀ ਸੋਝੀ ਮਿਲਣੀ ਹੈ ਨਾ, ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋਣਾ, ਇਹ ਵੀ ਭਾਗਾਂ ਦੇ ਨਾਲ ਹੀ ਹੈ। ਨਹੀਂ ਤਾਂ ਜ਼ਿੰਦਗੀ ਸਾਰੀ ਲੰਘ ਜਾਂਦੀ ਹੈ ਤਾਂ ਵੀ ਸਾਧ ਸੰਗਤ ਜੀ ਜੀਵ ਨੂੰ ਸੋਝੀ ਨਹੀਂ ਆਉਂਦੀ। ਤਿੰਨ ਅਵਸਥਾਵਾਂ ਨੇ, ਬਾਲਕ ਹੈ, ਜਵਾਨੀ, ਫਿਰ ਬਿਰਧ ਅਵਸਥਾ ਹੈ। ਬੁਢੇਪੇ ਵਿੱਚ ਆ ਕਰਕੇ ਵੀ ਕਈ ਵਾਰ ਮਨੁੱਖ ਸਮਝਦਾ ਨਹੀਂ ਹੈ, ਗਿਆਨ ਦੀ ਪ੍ਰਾਪਤੀ ਨਾ ਹੋਣੇ ਕਰਕੇ ਬੇਸਮਝ ਉਸੇ ਤਰ੍ਹਾਂ ਹੀ ਸੰਸਾਰ ਤੋਂ ਤੁਰ ਜਾਂਦਾ ਹੈ। ਗਿਆਨ ਹਿਰਦੇ ਅੰਦਰ ਨਾ ਹੋਣੇ ਕਰਕੇ ਕੁਝ ਜੀਵਨ ਦੇ ਸਫਲਤਾ ਦੇ ਲਈ ਕੁਝ ਵੀ ਮਹਾਰਾਜ ਕਹਿੰਦੇ ਚੰਗੇ ਕਰਮ ਨਹੀਂ ਕਰਦਾ, ਕੋਈ ਭਜਨ ਬੰਦਗੀ ਨਹੀਂ ਕਰਦਾ, ਨਾ ਸੇਵਾ ਸਿਮਰਨ, ਨਾ ਗੁਰੂ ਕੀ ਸੰਗਤ, ਅਜਾਈ ਸੰਸਾਰ ਤੋਂ ਤੁਰ ਜਾਂਦਾ ਹੈ। ਸੰਸਾਰ ਦਾ ਤਾਂ ਭਾਵੇਂ ਬਹੁਤ ਗਿਆਨ ਪ੍ਰਾਪਤ ਹੋਇਆ ਹੁੰਦਾ, ਵਡੇਰੀ ਉਮਰ ਕਰਕੇ ਬਹੁਤ ਸੰਸਾਰ ਦੇ ਸਾਧ ਸੰਗਤ ਜੀ ਅੰਦਾਜ਼ ਵੀ ਮਿਲ ਜਾਂਦੇ ਆ ਕਿ ਮੈਂ ਅੰਦਾਜ਼ੇ ਦੇ ਨਾਲ ਹੀ ਇਹ ਕਾਰਜ ਕਰ ਦਿੰਦਾ। ਬੜੀਆਂ ਸਿਆਣਪਾਂ ਮਿਲ ਜਾਂਦੀਆਂ ਨੇ, ਪਰ ਵਾਹਿਗੁਰੂ ਦੀ ਪ੍ਰਾਪਤੀ ਦਾ ਗਿਆਨ ਭਾਗਾਂ ਤੋਂ ਬਿਨਾਂ ਨਹੀਂ ਮਿਲਦਾ। ਜਿਨ੍ਹਾਂ ਦੇ ਭਾਗ ਜਾਗਦੇ ਆ ਉਹਨਾਂ ਨੂੰ ਸਾਧ ਸੰਗਤ ਜੀ ਇਹ ਜੀਵਨ ਦੇ ਅੰਦਰ ਦਾਤ ਮਿਲਦੀ ਹੈ। ਤੋ ਇਸ ਕਰਕੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ, ਲਿਖੇ ਬਾਝਹੁ ਸੁਰਤ ਨਾਹੀ। हे ਪ੍ਰਾਣਾ ਧਾਰੀ ਜੀਵ, ਜੇ ਪ੍ਰਮਾਤਮਾ ਨੇ ਮਸਤਕ ਦੇ ਲੇਖ ਨਹੀਂ ਨਾ ਲਿਖਣਾ ਕੀਤੇ, ਚੰਗੇ ਕਰਮ ਨਹੀਂ ਲਿਖ ਕਰਕੇ ਪਾਏ, ਤੇ ਤੇਰੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਹੋਣ ਵਾਲਾ। ਬੋਲ ਬੋਲ ਗਵਾਈ ਐ। ਐਵੇਂ ਹੰਕਾਰ ਦੇ ਨਸ਼ੇ ਵਿੱਚ ਹੀ ਬੋਲ ਬੋਲ ਕਰਕੇ ਆਪਣਾ ਜੀਵਨ ਅਜਾਈ ਇਹ ਜੀਵ ਗਵਾ ਲੈਂਦਾ ਹੈ। ਅਕਾਰਤ ਹੀ ਆਪਣੇ ਅਮੋਲਕ ਜੀਵਨ ਨੂੰ ਗਵਾ ਲਿਆ। ਜੀਵਨ ਨੂੰ ਜੇ ਪ੍ਰਮਾਤਮਾ ਨੇ ਜੀਵਨ ਦੇ ਹਿਰਦੇ ਦੇ ਅੰਦਰ ਜੀਵ ਦੇ ਗਿਆਨ ਦਾ ਪ੍ਰਕਾਸ਼ ਨਹੀਂ ਕਰਨਾ ਕੀਤਾ, ਬੋਲ ਬੋਲ ਗਵਾਈ ਹੈ, ਐਵੇਂ ਝਖਾ ਹੀ ਮਾਰਦਾ ਰਹਿੰਦਾ। ਜਿਵੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਿੱਥੇ 15 ਭਗਤ ਜਨਾਂ ਦੀ ਪਵਿੱਤਰ ਗੁਰਬਾਣੀ ਹੈ, ਪ੍ਰਤੱਖ ਪ੍ਰਗਟ ਹੋ ਕਰਕੇ ਮਹਾਰਾਜ ਜੀ ਦੇ ਸਨਮੁਖ ਹੋ ਕਰਕੇ ਸਤਿਗੁਰਾਂ ਦੇ ਤਿਨਾਂ ਨੇ ਦਰਸ਼ਨ ਕੀਤੇ ਹੈ ਔਰ ਗੁਰਬਾਣੀ ਉਚਾਰਨ ਕੀਤੀ ਸੀ। ਉੱਥੇ ਲਾਹੌਰ ਤੋਂ ਛੱਜੂ, ਕਾਨ੍ਹਾ ਭਗਤ ਆਦਿ ਕੇ ਵੀ ਚੱਲ ਕਰਕੇ ਆਏ ਸਨ। ਇਹ ਕਹਿੰਦੇ ਸਨ ਮੈਂ ਉਹੀ ਰੇ, ਮੈਂ ਉਹੀ ਰੇ। ਇਹ ਹੰਕਾਰ ਦੇ ਬੋਲ ਬੋਲਦੇ ਸਨ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਇਹਨਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨਹੀਂ ਸੀ ਕੀਤਾ। ਤੋ ਇਸ ਕਰਕੇ ਮਹਾਰਾਜ ਕਹਿੰਦੇ ਬੋਲ ਬੋਲ ਗਵਾਈਐ। ਜਿਹੜਾ ਜੀਵ ਹੰਕਾਰ ਦੇ ਨਸ਼ੇ ਵਿੱਚ ਬੋਲ ਬੋਲਦਾ ਹੈ, ਉਹ ਜੀਵਨ ਦੀ ਕਦੇ ਸਫਲਤਾ ਨਹੀਂ ਬਣਾ ਸਕਦਾ, ਅਜਾਈ ਗਵਾ ਲੈਂਦਾ ਆਪਣੇ ਜੀਵਨ ਨੂੰ। ਕਹੇ ਹੋਏ ਬੋਲ ਵੀ ਮਹਾਰਾਜ ਕਹਿੰਦੇ ਅਜਾਈ ਚਲੇ ਜਾਂਦੇ ਐ।
ਜੇ ਹੰਕਾਰ ਦੇ ਵਿੱਚ ਬੋਲਦਾ ਹੈ। ਤੋ ਇਸੇ ਪ੍ਰਕਾਰ ਫਿਰ ਇਹੀ ਪੰਕਤੀ ਪੜੋ ਜੀ। ਲਿਖੇ ਵਾਜਹੁ ਸੁਰਤ ਨਾਹੀ। ਸਾਧ ਸੰਗਤ ਜੀ, ਲਿਖਣਾ ਕੀ ਹੈ? ਹਿਰਦਾ ਰੂਪੀ ਕਾਗਜ਼ ਹੈ, ਪ੍ਰੇਮ ਰੂਪੀ ਕਲਮ ਹੈ, ਫਿਰ ਸ਼ਰਧਾ ਰੂਪੀ ਸਿਆਹੀ ਹੈ। ਜੇ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਸਰਵਣ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਉਪਦੇਸ਼ ਨੂੰ ਆਪਣੇ ਹਿਰਦੇ ਰੂਪ ਕਾਗਜ਼ ਤੇ ਨਹੀਂ ਨਾ ਜੀਵ ਨੇ ਲਿਖਣਾ ਕੀਤਾ। ਸਾਧ ਸੰਗਤ ਜੀ, ਸੁਰਤ ਨਾਹੀ, ਸੁਰਤ ਨਾਮ ਗਿਆਤ ਦਾ ਹੈ, ਸੁਰਤ ਨਾਮ ਪ੍ਰੀਤ ਦਾ ਵੀ ਹੈ, ਚੰਗੀ ਪ੍ਰੀਤ ਦਾ, ਜਿਹੜੀ ਸ੍ਰੇਸ਼ਟ ਪ੍ਰੀਤ ਹੈ ਪ੍ਰਮਾਤਮਾ ਦੇ ਚਰਨਾਂ ਦੀ। ਲਿਖੇ ਵਜਹੁ ਸੁਰਤ ਨਾਹੀ, ਪ੍ਰਮਾਤਮਾ ਦਾ ਚਰਨਾਂ ਦਾ ਸੱਚਾ ਪਿਆਰ ਨਹੀਂ ਉਹਨਾਂ ਚਿਰ ਹਿਰਦੇ ਅੰਦਰ ਪ੍ਰਗਟ ਹੁੰਦਾ ਜਦੋਂ ਤੱਕ ਸਤਿਗੁਰੂ ਜੀ ਦੇ ਉਪਦੇਸ਼ ਨੂੰ ਹਿਰਦੇ ਰੂਪ ਕਾਗਜ਼ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ ਨੂੰ ਲਿਖਣਾ ਨਹੀਂ ਕਰਦਾ, ਭਾਵ ਹਿਰਦੇ ਵਿੱਚ ਧਾਰਨ ਨਹੀਂ ਕਰਦਾ। ਸਤਿਗੁਰੂ ਜੀ ਦਾ ਉਪਦੇਸ਼ ਸੁਣ ਕਰਕੇ ਹਿਰਦੇ ਅੰਦਰ ਧਾਰਨ ਕਰ ਲਵੇ ਨਾ, ਤੇ ਮਹਾਰਾਜ ਸਾਹਿਬ ਜੀ ਦੇ ਬਚਨਾਂ ਨੂੰ ਯਾਦ ਕਰੇ, ਫਿਰ ਸਾਧ ਸੰਗਤ ਜੀ ਉੱਥੇ ਫਿਰ ਪਿਆਰ ਪ੍ਰਗਟ ਹੁੰਦਾ ਪਰਮਾਤਮਾ ਦੇ ਚਰਨਾਂ ਦਾ। ਫਿਰ ਜਿਵੇਂ ਜਿਵੇਂ ਸਤਿਗੁਰੂ ਜੀ ਦੇ ਗੁਣਾਂ ਨੂੰ ਯਾਦ ਕਰਦਾ ਹੈ, ਮਹਾਰਾਜ ਜੀ ਦੇ ਉਪਦੇਸ਼ ਦੁਆਰਾ ਪਰਮੇਸ਼ਰ ਦੀ ਲੀਲਾ ਨੂੰ ਚੇਤੇ ਕਰਦਾ, ਫਿਰ ਸਾਧ ਸੰਗਤ ਜੀ ਉੱਥੇ ਪਿਆਰ ਉਤਪੰਨ ਹੁੰਦਾ, ਪਿਆਰ ਵੱਧਦਾ ਜਾਂਦਾ ਹੈ, ਵੱਧਦਾ ਜਾਂਦਾ ਹੈ। ਫਿਰ ਇੱਕ ਦਿਨ ਉਹੀ ਪਿਆਰ ਪਰਮਾਤਮਾ ਦੇ ਵਿੱਚ ਅਭੇਦ ਕਰਾ ਦਿੰਦਾ। ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ, ਸਾਜ ਕਹੋ ਸੁਨ ਲੇਹੁ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹ ਸੱਚਾ ਜਿਹੜਾ ਪ੍ਰੇਮ ਹੈ ਨਾ, ਉਹੀ ਫਿਰ ਪਰਮਾਤਮਾ ਦੇ ਨਾਲ ਮਿਲਾ ਦਿੰਦਾ ਹੈ। ਪਰ ਮਹਾਰਾਜ ਕਹਿੰਦੇ ਲਿਖੇ ਵਜਹੁ ਸੁਰਤ ਨਾਹੀ, ਜੇ ਸਤਿਗੁਰੂ ਜੀ ਦਾ ਉਪਦੇਸ਼ ਸੁਣ ਕਰਕੇ ਧਾਰਨ ਹੀ ਨਹੀਂ ਕੀਤਾ, ਮਹਾਰਾਜ ਸਾਹਿਬ ਜੀ ਕਹਿੰਦੇ ਪ੍ਰੇਮ ਰੂਪੀ ਕਲਮ ਦੇ ਨਾਲ ਹਿਰਦੇ ਰੂਪ ਕਾਗਜ਼ ਤੇ ਸਤਿਗੁਰੂ ਜੀ ਦਾ ਉਪਦੇਸ਼ ਲਿਖਿਆ ਹੀ ਨਹੀਂ ਹੈ, ਤੇ ਫਿਰ ਸੁਰਤ ਨਾਹੀ, ਇਸੇ ਕਰਕੇ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਨਹੀਂ ਹਿਰਦੇ ਅੰਦਰ ਪ੍ਰਗਟ ਹੁੰਦਾ। ਬੋਲ ਬੋਲ ਗਵਾਈ ਹੈ। ਤੇ ਪ੍ਰੇਮ ਤੋਂ ਬਿਨਾਂ ਜਿੰਨਾ ਮਰਜੀ ਕੋਈ ਮਹਾਰਾਜ ਬੋਲੀ ਜਾਵੇ, ਸਤਿਗੁਰੂ ਜੀ ਕਹਿੰਦੇ ਜਿਤਨਾ ਮਰਜੀ ਕੋ ਬੋਲੀ ਜਾਵੇ ਕਿ ਮੈਂ ਵੇਦਾਂ ਨੂੰ ਪੜ੍ਹਿਆ ਹੈ, ਮੈਂ ਸ਼ਾਸਤਰਾਂ ਨੂੰ ਪੜ੍ਹਿਆ ਹੈ, ਮੈਂ ਸੁਰਤੀਆਂ ਸਿਮਰਤੀਆਂ ਨਾਲ ਬੜਾ ਅਧਿਆਨੀ ਹਾਂ, ਬੜਾ ਵਿਚਾਰਵਾਨ ਹਾਂ, ਜਿਤਨਾ ਮਰਜੀ ਮਹਾਰਾਜ ਕਹਿੰਦੇ ਕੋ ਬੋਲੀ ਜਾਵੇ, ਬੋਲ ਬੋਲ ਗਵਾਈਐ। ਆਪਣੀ ਉਮਰਾਂ ਨੂੰ ਅਜਾਈ ਗਵਾ ਲੈਣਾ ਕਰਦਾ ਹੈ, ਜੀਵਨ ਦੇ ਬਾਜੀ ਨੂੰ ਅਜਾਈ ਝਖਾ ਮਾਰ ਮਾਰ ਕਰਕੇ, ਅਜਾਈ ਬੋਲ ਬੋਲ ਕਰਕੇ ਅਕਾਰਥੀ ਗਵਾ ਲੈਂਦਾ। ਕੁਝ ਸਤ ਸੰਗਤ ਜੀ ਖੱਟਦਾ ਨਹੀਂ ਹੈ, ਜਿਤਨਾ ਮਰਜੀ ਮਹਾਰਾਜ ਕਹਿੰਦੇ ਕੋ ਬੋਲ ਲੈਣਾ ਕਰੇ। ਜਿੱਥੇ ਜਾਏ ਬਹੀਐ ਭਲਾ ਕਹੀਐ। ਸਤਿਗੁਰੂ ਜੀ ਉਪਦੇਸ਼ ਦਿੰਦੇ ਹਨ, ਹੈ ਸਿੱਧੋ ਸੰਸਾਰ ਭਰ ਦੇ ਅੰਦਰ ਜਿੱਥੇ ਵੀ ਕਿਤੇ ਜਾ ਕਰਕੇ ਬੈਠੋ, ਉੱਥੇ ਭਲਾ ਹੀ ਕਹਿਣਾ ਚਾਹੀਦਾ, ਹਰ ਇੱਕ ਨੂੰ ਭਲਾ ਹੀ ਆਖਣਾ ਚਾਹੀਦਾ, ਕਿਉਂਕਿ ਭਾਵੇਂ ਕੋਈ ਮੰਦਾ ਹੈ ਭਾਵੇਂ ਚੰਗਾ ਹੈ, ਹਰ ਇੱਕ ਦੇ ਅੰਦਰ ਪ੍ਰਮਾਤਮਾ ਦੀ ਜੋਤ ਹੈ। ਤੋ ਇਸ ਲਈ ਹਜੂਰ ਕਹਿੰਦੇ ਜਿੱਥੇ ਜਾਏ ਬਹੀਐ ਭਲਾ ਕਹੀਐ, ਹਰ ਇੱਕ ਜੀਵ ਨੂੰ ਭਲਾ ਹੀ ਆਖਣਾ ਚਾਹੀਦਾ। ਸਾਧ ਸੰਗਤ ਜੀ, ਜੇ ਅਸੀਂ ਕਿਸੇ ਨੂੰ ਭਲਾ ਕਹਾਂਗੇ ਤੇ ਸਾਨੂੰ ਵੀ ਅੱਗੋਂ ਭਲਾ ਆਖੇਗਾ, ਜੇ ਕਿਸੇ ਨੂੰ ਬੁਰਾ ਕਹਾਂਗੇ ਤੇ ਸਾਨੂੰ ਕਿਸੇ ਨੇ ਭਲਾ ਥੋੜਾ ਆਖਣਾ, ਉਹ ਵੀ ਤਾਂ ਅੱਗੋਂ ਬੁਰਾ ਹੀ ਆਖੇਗਾ ਨਾ। ਜਿਵੇਂ ਸਿਆਣਿਆਂ ਦੇ ਬੋਲ ਹਨ, ਜੀ ਕਹਾਂਗੇ ਤੇ ਜੀ ਅਖਵਾਵਾਂਗੇ। ਜੀ ਕਿਸੇ ਨੂੰ ਕਹਾਂਗੇ ਨਾ ਤੇ ਅੱਗੋਂ ਜੀ ਸਾਨੂੰ ਕਹੇਗਾ, ਤੇ ਜੇ ਓਏ ਆਖਾਂਗੇ ਤੇ ਅੱਗੋਂ ਓਏ ਕਰਕੇ ਜਵਾਬ ਮਿਲਣਾ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਜਿੱਥੇ ਜਾਏ ਬਹੀਐ ਭਲਾ ਕਹੀਐ। ਹੈ ਜੀ, ਭਲਾ ਉਪਦੇਸ਼ ਹੀ ਕਹਿਣਾ ਚਾਹੀਦਾ, ਭਲਾ ਨਾਮ ਹੀ ਆਪਣੀ ਰਸਨਾ ਤੋਂ ਉਚਾਰਨ ਕਰਨਾ ਚਾਹੀਦਾ। ਸਰੀਰ ਕਰਕੇ ਜਿੱਥੇ ਵੀ ਕਿਤੇ ਜਾ ਕਰਕੇ ਬੈਠਣਾ ਹੈ। ਸੁਰਤ ਸ਼ਬਦ ਲਿਖਾਈ ਹੈ। ਤੋ ਇਸ ਪ੍ਰਕਾਰ ਸੁਰਤ ਦੇ ਅੰਦਰ ਮਹਾਰਾਜ ਸਾਹਿਬ ਜੀ ਦੇ ਸ਼ਬਦ ਨੂੰ ਲਿਖਾਉਣਾ ਕਰ, ਪ੍ਰੀਤ ਰੂਪ ਰਸਨਾ ਦੇ ਨਾਲ ਵਾਹਿਗੁਰੂ ਦਾ ਜਿਹੜਾ ਨਾਮ ਜਪਣਾ, ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸਤਿਗੁਰੂ ਜੀ ਦਾ ਉਪਦੇਸ਼ ਸਰਵਣ ਕਰਨਾ, ਇਸ ਨੂੰ ਹਿਰਦੇ ਅੰਦਰ ਮਹਾਰਾਜ ਸਾਹਿਬ ਜੀ ਕਹਿੰਦੇ ਜੀਵ ਤੂੰ ਲਿਖਣਾ ਕਰ। ਗਰੀਬ ਨਵਾਜ ਸਤਿਗੁਰਾਂ ਦੇ ਪਵਿੱਤਰ ਉਪਦੇਸ਼ ਨੂੰ, ਮਹਾਰਾਜ ਜੀ ਦੀ ਬਖਸ਼ੀ ਹੋਈ ਸੱਚੀ ਸਿੱਖਿਆ ਨੂੰ ਆਪਣੇ ਹਿਰਦੇ ਰੂਪ ਕਾਗਜ਼ ਦੇ ਵਿੱਚ ਲਿਖ ਲੈਣਾ ਕਰ। ਜੇ ਸਤਿਗੁਰਾਂ ਦੀ ਸਿੱਖਿਆ ਤੇਰੇ ਜੀਵਨ ਦੇ ਅੰਦਰ ਹੋਵੇਗੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਵੀ ਜਾ ਕਰਕੇ ਬੈਠੇਗਾ ਭਲਾ ਹੀ ਕਹੇਗਾ। ਨਹੀਂ ਤੇ ਸਾਧ ਸੰਗਤ ਜੀ, ਮਨੁੱਖ ਦਾ ਸੁਭਾਅ ਹੈ ਈਰਖਾ ਵਸ ਹੋ ਕਰਕੇ ਭਲੇ ਨੂੰ ਵੀ ਬੁਰਾ ਹੀ ਆਖੀ ਜਾਂਦਾ।
ਚੰਗਾ ਭਲਾ ਕੋਈ ਸੋਹਣੇ ਜੀਵਨ ਵਾਲਾ ਹੋਵੇ ਉਹਨੂੰ ਵੀ ਬੁਰਾ ਹੀ ਆਖੀ ਜਾਣਾ ਹੈ। ਉੱਚੇ ਸੁੱਚੇ ਜੀਵਨ ਵਾਲੇ ਗੁਰਮੁਖਾਂ ਦੀ ਵੀ ਨਿੰਦਿਆ ਹੀ ਕਰੀ ਜਾਣੀ। ਐਵੇਂ ਝੂਠਾ ਹੀ ਭੰਡੀ ਪ੍ਰਚਾਰ ਤਿਨਾਂ ਦਾ ਕਰੀ ਜਾਣਾ। ਤਿਨਾਂ ਦੇ ਪ੍ਰਥਾਏ ਇਦਾਂ ਦੇ ਬੋਲ ਬੋਲੀ ਜਾਣੇ ਕਿ ਸੁਣਨ ਵਾਲਿਆਂ ਦੇ ਮਨ ਦੇ ਵਿੱਚ ਈਰਖਾ ਪੈਦਾ ਹੋ ਜਾਵੇ। ਸੁਣਨ ਵਾਲਿਆਂ ਦੀ ਜਿਹੜੀ ਭਾਵਨਾ ਬਣੀ ਹੋਈ ਹੈ ਸਾਧ ਸੰਗਤ ਜੀ ਟੁੱਟ ਜਾਵੇ। ਇਦਾਂ ਦੇ ਬੋਲ ਬੋਲੀ ਜਾਣੇ। ਪਰ ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦੇ ਰਹੇ ਹੈ, ਜੇ ਕਿਤੇ ਇਹ ਜੀਵ ਤੋਂ ਸਤਿਗੁਰਾਂ ਦੀ ਸਿੱਖਿਆ ਨੂੰ ਹਿਰਦੇ ਵਿੱਚ ਵਸਾ ਲਵੇ ਨਾ, ਹਿਰਦੇ ਰੂਪ ਕਾਗਜ਼ ਤੇ ਲਿਖ ਲਵੇ, ਫਿਰ ਜਿੱਥੇ ਵੀ ਜਾਵੇਗਾ ਨਾ ਕਦੇ ਬੁਰਾ ਸ਼ਬਦ ਤੇਰੀ ਰਸਨਾ ਤੋਂ ਨਿਕਲੇਗਾ ਹੀ ਨਹੀਂ। ਜਿੱਥੇ ਜਾਏ ਬਹੀਐ ਭਲਾ ਕਹੀਐ, ਫਿਰ ਭਲਾ ਹੀ ਆਖਣਾ ਕਰੇਗਾ। ਜਿੱਥੇ ਵੀ ਜਾ ਕਰਕੇ ਬੈਠੇਗਾ ਕਾਇਆ ਕੂੜ ਵਿਗਾੜ। ਸੰਤ ਦੀ ਚਾਲ ਦੀ ਮਰਜ਼ਾਦਾ ਅਨੁਸਾਰ ਇਹ ਮਰਜ਼ਾਦਾ ਵੀ ਹੈ ਕਿ ਦੁਬਾਰਾ ਉਸ ਪੰਕਤੀ ਨੂੰ ਦੁਹਰਾਉਣਾ ਜਿਹੜੀ ਪਹਿਲਾਂ ਉਚਾਰਨ ਕੀਤੀ ਹੋਈ ਹੈ। ਪੌੜੀ ਦੇ ਅਖੀਰ ਵਿੱਚ ਵੀ ਮਹਾਰਾਜ ਸਾਹਿਬ ਜੀ ਉਚਾਰਨ ਕਰ ਰਹੇ ਨੇ, ਕਾਇਆ ਕੂੜ ਵਿਗਾੜ। ਹੇ ਸਿੱਧੋ, ਇਹ ਸੂਖਸ਼ਮ ਕਾਇਆ ਨੂੰ ਝੂਠ ਨੇ ਵਿਗਾੜਿਆ ਹੋਇਆ, ਮਨ ਨੂੰ ਝੂਠ ਨੇ ਮਹਾਰਾਜ ਕਹਿੰਦੇ ਵਿਗਾੜ ਦਿੱਤਾ। ਕਾਹੇ ਨਾਈ ਹੈ। ਫਿਰ ਤੀਰਥ ਤੇ ਨਹਾਉਣ ਦੇ ਨਾਲ ਕੀ ਲਾਭ ਹੈ? ਇਸ਼ਨਾਨ ਕਰਨੇ ਦਾ ਕੋਈ ਲਾਹਾ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਤਾ ਮੈਂ ਕਹਿਆ ਕਹਿਣ। ਜਦੋਂ ਇਹ ਪਹਿਲੀ ਪੌੜੀ ਉਚਾਰਨ ਕੀਤੀ ਤੇ ਸਿੱਧਾ ਨੇ ਬੇਨਤੀ ਕੀਤੀ, ਮਹਾਰਾਜ ਤੁਹਾਨੂੰ ਤਾਂ ਤੀਰਥਾਂ ਦੀ ਜੋ ਮਹਿਮਾ ਕਥਨ ਕਰਨੀ ਚਾਹੀਦੀ, ਵਡਿਆਈ ਮਹਾਰਾਜ ਆਖਣੀ ਚਾਹੀਦੀ ਆਪਣੀ ਰਸਨਾ ਤੋਂ। ਇਹ ਤੁਸੀਂ ਕੀ ਆਖ ਦਿੱਤਾ? ਤੇ ਸਤਿਗੁਰੂ ਜੀ ਕਹਿੰਦੇ ਸੀ ਆਪ ਨੇ ਕੋਲੋਂ ਆਖਿਆ। ਮਹਾਰਾਜ ਸਾਹਿਬ ਜੀ ਪਰਮੇਸ਼ਰ ਦੇ ਸਨਮੁਖ ਹੋ ਕਰਕੇ ਉਚਾਰਨ ਕਰ ਰਹੇ ਨੇ। ਤੋ ਇਹਦੀ ਉਥਾਨਕਾ ਇਹ ਵੀ ਹੈ ਕਿ ਆਕਾਸ਼ ਬਾਣੀ ਹੋਈ ਕਿ ਸਤਿਗੁਰੂ ਜੀ ਤੁਸੀਂ ਇਹ ਕੀ ਆਖ ਦਿੱਤਾ ਆਪਣੀ ਰਸਨਾ ਤੋਂ। ਤੇ ਮਹਾਰਾਜ ਫਿਰ ਪਰਮੇਸ਼ਰ ਜੀ ਦੇ ਸਨਮੁਖ ਹੋ ਕਰਕੇ ਉਚਾਰਨ ਕਰ ਰਹੇ ਹਨ, ਤਾ ਮੈਂ ਕਹਿਆ ਕਹਿਣ। ਹਜੂਰ ਕਹਿੰਦੇ ਤਾਂ ਹੀ ਅਸੀਂ ਇਹ ਕਹਿਣੇ ਵਾਲਾ ਬਚਨ ਆਖਿਆ, ਤਾਂ ਹੀ ਕਹਿਣੇ ਵਾਲਾ ਬਚਨ ਅਸੀਂ ਰਸਨਾ ਤੋਂ ਕਹਿਆ ਹੈ। ਜਾ ਤੁਝੇ ਕਹਾਇਆ। ਜਾਂ ਜੇ ਪਰਮੇਸ਼ਰ ਤੁਸੀਂ ਆਪ ਹੀ ਰਸਨਾ ਤੋਂ ਅਖਵਾਉਣਾ ਕੀਤਾ ਹੈ ਤਾਂ ਹੀ ਮਹਾਰਾਜ ਅਸੀਂ ਕਹਿਆ ਜੇ ਤੁਸੀਂ ਕਹਾਇਆ ਹੈ। ਕਿਉਂਕਿ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਬਚਨ ਉਚਾਰਨ ਕੀਤੇ ਹਨ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਤੁਰੋਂ ਆਈ ਹੋਈ ਰੱਬੀ ਬਾਣੀ ਹੈ। ਜਿਵੇਂ ਮਾਲਕ ਪਰਮਾਤਮਾ ਦਾ ਹੁਕਮ ਹੁੰਦਾ ਹੈ, ਸਤਿਗੁਰੂ ਜੀ ਕਹਿੰਦੇ ਸੀ ਉਸੇ ਤਰ੍ਹਾਂ ਹੀ ਉਚਾਰਨ ਕਰਦੇ ਹਾਂ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਤੁਰੋਂ ਆਈ ਹੋਈ ਰੱਬੀ ਬਾਣੀ ਹੈ, ਖਸਮ ਕੀ ਬਾਣੀ ਹੈ, ਅਕਾਲੀ ਬਾਣੀ ਹੈ, ਸੱਚੀ ਬਾਣੀ ਹੈ, ਸਭ ਤੋਂ ਸ਼੍ਰੋਮਣੀ ਬਾਣੀ ਹੈ। तो महाराज कहते परमेश्वर जी जिवें ता मैं कहिया कहण जां तुझे कहाया, जिवें आप जी ने महाराज साडे तो गुरु रूप हो करके खवाउणा कीता है। परमेश्वर ओही महाराज असी रसना तो उच्चारण कीता है। अमृत हर का नाम, महाराज आप जी दा नाम अमृत वर्गा मिठास भरिया बड़ा मिठा है, आत्मिक रस बख्शिश करने वाला है, अमर पदवी दिवाउण वाला है। हे वाहिगुरु आप जी दा जो नाम है वो साडे मन नूं भाया है। महाराज तुहाडा नाम अमृत ही साडे मन नूं चंगा लगदा है। मेरा मन भाया, मेरे मन भाया महाराज साडे मन नूं भा गया है, बहुत प्यारा लग गया है। भावना दे नाल इसीलिए आप जी दा नाम जपिया। हे गरीब नवाज आप जी दा नाम रूपी तीर्थ अमृत दी तरह सानू भा गया है। नाम मीठा मन है लागा, ऐसा मिठास भरिया मिठा नाम है, साडे मन नूं बहुत महाराज प्यारा लगदा है। हे गरीब नवाज आप जी दा मिठास भरिया अमृत वर्गा सच्चा नाम साडे मन नूं बहुत प्यारा लगा है। दुख डेरा ढाहिया, जिस करके अज्ञान दा जिहड़ा दुख सी ना डेरा बनिया होया सीगा वो महाराज ढट गया है। आपने किरपा करके उसनूं ढाह दिता है। अज्ञान दा जिहड़ा डेरा बनिया होया सी साडे हिरदे अंदर, जिस करके तुहाडा नाम नहीं सी महाराज सानूं मिठा लगदा। होर संसार दे सुख तां बड़े मिठड़े लगदे सन, बड़े मन नूं प्यारे लगदे सी, पर एक नाम आप जी दा प्यारा नहीं सी हिरदे अंदर लगदा। वो अज्ञान दा डेरा बनिया होया सी, इसे करके नहीं सी महाराज लगदा। हुण आप जी ने किरपा कीती है, दुख डेरा ढाहिया। सब तो दुखां दा वड्डा दुख अज्ञान दा, ये वड्डा डेरा महाराज आपने किरपा करके ढाह दिता है।
ਤੋ ਇਸੇ ਪ੍ਰਕਾਰ ਦੁੱਖ ਡੇਰਾ ਢਾਹਿਆ, ਜਿਹੜਾ ਬਾਰ-ਬਾਰ 84 ਦੇ ਗੀੜੇ ਵਿੱਚ ਪੈਣੇ ਦਾ ਡੇਰਾ ਲੱਗਾ ਹੋਇਆ ਸੀ ਨਾ ਸਾਡੇ ਜੀਵਨ ਦੇ ਅੰਦਰ। ਇੱਕ ਜੀਵਨ ਜਿਹੜਾ ਹੈ ਸੰਸਾਰ ਦੇ ਅੰਦਰ ਭੋਗ ਕਰਕੇ ਫਿਰ ਹੋਰ ਕੋਈ ਜੂਨ ਨੂੰ ਧਾਰਨ ਕਰ ਲਿਆ, ਇਹ ਵੀ ਮਹਾਰਾਜ ਆਪ ਜੀ ਨੇ ਦੁੱਖਾਂ ਦਾ ਡੇਰਾ ਢਾਹ ਦਿੱਤਾ ਹੈ। ਸੁਖ ਮਨ ਮਹਿ ਆਏ ਵਸਿਆ, ਔਰ ਸਦੀਵੀ ਸੁਖ ਬਖਸ਼ਿਸ਼ ਕਰਨ ਵਾਲਾ ਪਰਮੇਸ਼ਰ ਦਾ ਨਾਮ ਸਾਡੇ ਮਨ ਹਿਰਦੇ ਵਿੱਚ ਜਾ ਕੇ ਵਸ ਗਿਆ ਹੈ। ਜਾਮ ਤੈ ਫਰਮਾਇਆ, ਜਾਮ ਹੈ ਪਰਮੇਸ਼ਰ ਜਦੋਂ ਆਪ ਜੀ ਨੇ ਫਰਮਾਨ ਕੀਤਾ, ਪੂਰੇ ਸਤਿਗੁਰਾਂ ਦੁਆਰਾ ਸਾਡੇ ਹਿਰਦੇ ਅੰਦਰ ਨਾਮ ਵਸਾ ਦਿੱਤਾ ਹੈ। ਪਰਮੇਸ਼ਰ ਜਦੋਂ ਆਪ ਜੀ ਨੇ ਤਰਸ ਕੀਤਾ ਹੈ ਕਿ ਇਸ ਜਗਿਆਸੂ ਸਿੱਖ ਦੇ ਹਿਰਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਦੋਂ ਹੁਕਮ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਜੀ ਮਹਾਰਾਜ ਗੁਰੂ ਰੂਪ ਹੋ ਕਰਕੇ ਹਿਰਦੇ ਅੰਦਰ ਨਾਮ ਵਸਾ ਦਿੱਤਾ ਹੈ। ਜਾਮ ਤੈ ਕਹਾਇਆ, ਜਦੋਂ ਆਪ ਜੀ ਨੇ ਕਿਰਪਾ ਕੀਤੀ ਹੈ। ਜਾਮ ਤੈ ਫਰਮਾਇਆ, ਜਦੋਂ ਆਪ ਜੀ ਦਾ ਫਰਮਾਨ ਹੋ ਗਿਆ, ਹੁਕਮ ਹੋ ਗਿਆ, ਤਾਂ ਹੀ ਸਾਡੇ ਹਿਰਦੇ ਅੰਦਰ ਨਾਮ ਵਸਿਆ ਹੈ। ਨਾਦਰ ਤੁਧ ਅਰਦਾਸ ਮੇਰੀ, ਹੇ ਪਰਮੇਸ਼ਰ ਕਿਰਪਾ ਦੀ ਨਜ਼ਰ ਆਪ ਜੀ ਦੀ ਹੈ ਤੇ ਮਹਾਰਾਜ ਅਰਦਾਸ ਸਾਡੀ ਹੈ। ਸਾਡਾ ਫਰਜ਼ ਬਣਦਾ ਹੈ ਅਰਦਾਸ ਕਰਨੀ, ਔਰ ਨਦਰ ਤੁਧ ਪਰਮੇਸ਼ਰ ਆਪ ਜੀ ਦਾ ਜਿਹੜਾ ਕਿਰਪਾ ਦੀ ਦ੍ਰਿਸ਼ਟੀ ਕਰਨੀ, ਅੰਮ੍ਰਿਤਮਈ ਮਹਾਰਾਜ ਦ੍ਰਿਸ਼ਟੀ ਪਾਉਣੀ, ਬਖਸ਼ਿਸ਼ ਕਰਨੀ, ਇਹ ਗਰੀਬ ਨਵਾਜ਼ ਸਤਿਗੁਰੂ ਜੀ ਆਪ ਜੀ ਦਾ ਫਰਜ਼ ਹੈ। ਜਾਂ ਫਿਰ ਮਹਾਰਾਜ ਤੁਹਾਡੇ ਹੱਥਾਂ ਵਿੱਚ ਹੈ, ਕਿਸ ਜੀਵ ਤੇ ਅੰਮ੍ਰਿਤਮਈ ਦ੍ਰਿਸ਼ਟੀ ਪਾਉਣੀ ਹੈ, ਕਿਸ ਜੀਵ ਤੇ ਮਹਾਰਾਜ ਤਰੁੱਟ ਕਰਕੇ ਆਪ ਜੀ ਨੇ ਕਿਰਪਾ ਕਰਨੀ ਹੈ। ਅਸੀਂ ਤਾਂ ਦਾਸਰੇ ਮਹਾਰਾਜ ਅਰਦਾਸ ਹੀ ਕਰ ਸਕਦੇ ਹਾਂ। ਜਿਨ ਆਪ ਪਾਇਆ, ਜਿਨ੍ਹਾਂ ਤਮਾਮ ਸੰਸਾਰ ਭਰ ਦੇ ਜੀਵਾਂ ਨੂੰ ਪਰਮੇਸ਼ਰ ਆਪ ਜੀ ਨੇ ਹੀ ਪੈਦਾ ਕੀਤਾ ਹੈ। ਕਿਸੇ ਵੀ ਜੀਵ ਦਾ ਮਹਾਰਾਜ ਕੋਈ ਚਾਰਾ ਨਹੀਂ ਹੈ। ਆਪਣੇ ਬਲ ਦੇ ਨਾਲ ਰੱਬ ਨੂੰ ਮਨਾ ਲਵੇ, ਨਹੀਂ ਸਾਧ ਸੰਗਤ ਜੀ ਪਰਮੇਸ਼ਰ ਦੇ ਨਾਲ ਅਰਦਾਸ ਕਰਨੀ ਹੀ ਬਣਦੀ ਹੈ। ਜਿਵੇਂ ਮਹਾਰਾਜ ਜੀ ਦਾ ਅਸੀਂ ਬਚਨ ਪੜ੍ਹਦੇ ਹਾਂ ਨਾ ਕਿ ਮਾਲਕ ਦੇ ਨਾਲ ਕਦੇ ਹੁਕਮ ਨਹੀਂ ਚਲਾਇਆ ਜਾ ਸਕਦਾ। ਮਾਲਕ ਦੇ ਅੱਗੇ ਅਰਦਾਸ ਹੱਥ ਜੋੜ ਕਰਕੇ ਅਰਦਾਸ ਹੀ ਕਰਨੀ ਬਣਦੀ ਹੈ। ਤੇ ਜੇ ਨੌਕਰ ਚਾਕਰ ਬਣ ਕਰਕੇ ਕਰਦਾ ਚਾਕਰੀ ਹੋਵੇ, ਸਾਧ ਸੰਗਤ ਜੀ ਮਾਲਕ ਦੇ ਅੱਗੇ ਹਕੂਮਤ ਜਿਤਾਈ ਜਾਵੇ, ਹੰਕਾਰ ਜਿਤਾਵੇ, ਤੇ ਉਹ ਤਾਂ ਨਹੀਂ ਨਾ ਫਿਰ ਗੱਲ ਬਣਨ ਵਾਲੀ। ਮਾਲਕ ਦੀ ਖੁਸ਼ੀ ਥੋੜਾ ਪ੍ਰਾਪਤ ਕਰ ਸਕਦਾ। ਇਸੇ ਪ੍ਰਕਾਰ ਜਿਤਨੇ ਵੀ ਸੰਸਾਰ ਦੇ ਜੀਵ ਹਨ, ਸਾਰੇ ਪਰਮੇਸ਼ਰ ਦੇ ਚਾਕਰ ਹੀ ਹੈ। ਸਾਰੀ ਸ੍ਰਿਸ਼ਟੀ ਦਾ ਮਾਲਕ ਪਰਮਾਤਮਾ ਹੈ। ਉਸ ਪਰਮਾਤਮਾ ਦੇ ਅੱਗੇ ਸਾਧ ਸੰਗਤ ਜੀ ਅਰਦਾਸ ਹੀ ਕਰਨੀ ਬਣਦੀ ਹੈ। ਉਸ ਪਰਮੇਸ਼ਰ ਦੇ ਨਾਲ ਕਦੇ ਹੁਕਮ ਨਹੀਂ ਚੱਲਦਾ। ਕਹੀ ਬਣਾ ਅਰਦਾਸ, ਸਾਹਿਬ ਸੇਤੀ ਹੁਕਮ ਨਾ ਚੱਲੈ, ਕਹੀ ਬਣਾ ਅਰਦਾਸ। ਅਰਦਾਸ ਕਰਨੀ ਮਹਾਰਾਜ ਕਹਿੰਦੇ ਬਣਦੀ ਹੈ। ਹੇ ਗਰੀਬ ਨਵਾਜ਼ ਸਤਿਗੁਰੂ ਜੀ, ਇਹੋ ਹੀ ਸਾਡਾ ਤਮਾਮ ਸੰਸਾਰ ਦੇ ਅੰਦਰ ਪੈਦਾ ਕੀਤੇ ਹੋਏ ਜੀਵਾਂ ਦਾ ਫਰਜ਼ ਹੈ। ਤਾ ਮੈਂ ਕਹਿਆ ਕਹਿਣ, ਫਿਰ ਸੰਤ ਦੀ ਮਰਜ਼ਾਦਾ ਅਨੁਸਾਰ ਦੁਬਾਰਾ ਉਸ ਪੰਕਤੀ ਨੂੰ ਦੁਹਰਾ ਰਹੇ ਨੇ। ਹੇ ਪ੍ਰਮਾਤਮਾ ਜੀ, ਜਿਵੇਂ ਆਪ ਜੀ ਨੇ ਸਾਡੇ ਤੋਂ ਅਖਵਾਇਆ ਹੈ ਮਹਾਰਾਜ, ਉਸੇ ਤਰ੍ਹਾਂ ਅਸੀਂ ਆਖਿਆ ਹੈ। ਜਾ ਤੁਝੇ ਕਹਾਇਆ, ਜਿਵੇਂ ਮਹਾਰਾਜ ਆਪ ਜੀ ਨੇ ਕਹਾਇਆ ਉਸੇ ਤਰ੍ਹਾਂ ਅਸੀਂ ਕਹਿਆ ਹੈ। ਕੁਝ ਆਪਣੇ ਕੋਲੋਂ ਨਹੀਂ, ਮਹਾਰਾਜ ਕਹਿੰਦੇ ਅਸੀਂ ਬੋਲਿਆ। ਜੋ ਵੀ ਬਚਨ ਕਿਹਾ ਹੈ ਪਰਮੇਸ਼ਰ ਆਪ ਹੀ ਸਾਡੀ ਰਸਨਾ ਤੇ ਵਸ ਕਰਕੇ ਆਪ ਜੀ ਨੇ ਬਚਨ ਕਹਾਇਆ ਹੈ। ਵਾਰੀ ਖਸਮ ਕਢਾਏ, ਪਰਮਾਤਮਾ ਜਿਸ ਜੀਵ ਤੇ ਕਿਰਪਾ ਕਰਦਾ ਹੈ ਨਾ, ਮਨੁੱਖਾ ਜੀਵਨ ਦੀ ਦਾਤ ਦਿੰਦਾ। ਇਹ ਮਾਨਸ ਜੀਵਨ 84 ਲੱਖ ਜੂਨਾਂ ਤੋਂ ਕਢਾ ਕਰਕੇ ਜਿਨ੍ਹਾਂ ਨੂੰ ਜੀਵਨ ਦੇ ਅੰਦਰ ਦਾਤ ਦਿੰਦਾ, ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਨਹੀਂ ਤਾਂ ਬਾਰ-ਬਾਰ ਜੀਵ ਟੇਢੀਆਂ ਜੂਨਾਂ ਦੇ ਵਿੱਚ ਹੀ ਜਨਮ ਧਾਰਨ ਕਰਦਾ ਰਹਿੰਦਾ ਹੈ। ਵਾਸ਼ਨਾ ਦਾ ਬੱਝਾ ਹੋਇਆ ਜਨਮਦਾ ਹੈ, ਮੌਤ ਦਾ ਮਾਰਿਆ ਹੋਇਆ ਮਰਦਾ ਹੈ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਜਿਹੜਾ ਸੰਸਾਰ ਦੇ ਅੰਦਰ ਹਲਟ ਦੀਆਂ ਟਿੰਡਾਂ ਦੀ ਤਰ੍ਹਾਂ ਜੂਨਾਂ ਵਿੱਚ ਭਰਦਾ ਰਹਿੰਦਾ ਬਾਰ-ਬਾਰ, ਕਦੇ ਕਿਸੇ ਜੂਨ ਕਦੇ ਕਿਸੇ ਜੂਨ ਦੇ ਅੰਦਰ। ਪਰਮਾਤਮਾ ਨੇ ਜਿਨ੍ਹਾਂ ਤੇ ਤਰਸ ਕੀਤਾ, ਵਾਰੀ ਖਸਮ ਕਢਾਏ। ਮਹਾਰਾਜ ਕਹਿੰਦੇ ਸਾਰੀਆਂ ਜਿਹੜੀਆਂ ਵਾਰੀਆਂ ਸੀ ਨਾ ਟੇਢੀਆਂ ਜੂਨਾਂ ਦੀਆਂ, ਉਹਨਾਂ ਨੂੰ ਕਢਾ ਦਿੱਤਾ ਹੈ, ਭਾਵ ਕੱਢ ਦਿੱਤਾ, ਅਭਾਵ ਕਰ ਦਿੱਤਾ ਹੈ। ਕਿਰਤ ਕਮਾਵਣਾ, ਔਰ ਜੀਵਨ ਦੇ ਅੰਦਰ ਉਹਨਾਂ ਗੁਰਮੁਖਾਂ ਪਿਆਰੇ ਗੁਰਸਿੱਖਾਂ ਨੇ ਚੰਗੀ ਕਿਰਤ ਚੰਗੀ ਕਮਾਈ ਕੀਤੀ ਹੈ ਨਿਸ਼ਕਾਮ ਕਰਮਾਂ ਦੀ।
ਵਾਰੀ ਖਸਮ ਕਢਾਏ, ਜਿਨ੍ਹਾਂ ਦੀ ਵਾਰੀ ਅਕਾਲ ਪੁਰਖ ਪਰਮਾਤਮਾ ਨੇ ਕੱਢ ਦਿੱਤੀ ਹੈ, ਜਾਂ ਜਿਨ੍ਹਾਂ ਦੇ ਜੀਵਨ ਦੇ ਅੰਦਰ ਅਗਿਆਨ ਦੀ ਵਾਰੀ ਕੱਢ ਦਿੱਤੀ ਹੈ। ਕਿਉਂਕਿ ਕਦੇ ਜੀਵ ਨੂੰ ਗਿਆਨ ਪ੍ਰਾਪਤ ਹੋ ਜਾਂਦਾ ਹੈ, ਕਦੇ ਅਗਿਆਨੀ ਬਣ ਜਾਂਦਾ ਹੈ, ਕਦੇ ਗੁਣਾਂ ਨੂੰ ਧਾਰਦਾ ਹੈ, ਕਦੇ ਔਗਣ ਹਾਰਾ ਬਣ ਜਾਂਦਾ ਹੈ, ਕਦੇ ਭਲਾ ਸੁਭਾਅ ਤੇ ਕਦੇ ਮੰਦਾ ਸੁਭਾਅ ਬਣਾ ਲੈਂਦਾ ਹੈ। ਇਹਦਾ ਸਾਧ ਸੰਗਤ ਜੀ ਜੀਵਨ ਦੇ ਅੰਦਰ ਕਦੇ ਦੁਖੀ ਹੁੰਦਾ, ਕਦੇ ਸੁਖੀ ਹੁੰਦਾ, ਕਦੇ ਕ੍ਰੋਧੀ ਬਣਦਾ, ਕਦੇ ਸ਼ਾਂਤ ਹੋ ਜਾਂਦਾ। ਇਹ ਦੋ ਪੱਖ ਬਣੇ ਹੋਏ ਨੇ ਜ਼ਿੰਦਗੀ ਦੇ ਅੰਦਰ। ਤੇ ਹਜੂਰ ਕਹਿੰਦੇ ਜਿਹੜੀ ਅਗਿਆਨ ਦੀ ਵਾਰੀ ਸੀ ਨਾ, ਪ੍ਰਮਾਤਮਾ ਨੇ ਕਢਾ ਦਿੱਤੀ ਹੈ। ਜੀਵਨ ਦੇ ਅੰਦਰ ਫਿਰ ਗਿਆਨ ਦੀ ਵਾਰੀ ਆਈ ਹੈ, ਜਦੋਂ ਸੋਝੀ ਪ੍ਰਾਪਤ ਹੋ ਗਈ ਹੈ, ਕਿਰਤ ਕਮਾਵਣਾ। ਤੇ ਜੀਵ ਨੇ ਫਿਰ ਸਾਧ ਸੰਗਤ ਜੀ ਉਸੇ ਤਰ੍ਹਾਂ ਜੀਵਨ ਦੇ ਅੰਦਰ ਚੰਗੇ ਨਿਸ਼ਕਾਮ ਕਰਮਾਂ ਦੀ ਕਿਰਤ ਕੀਤੀ ਹੈ, ਜਾਂ ਕਹਿ ਲਈਏ ਕਿ ਕਿਰਤ ਕਮਾਵਣਾ। ਜਿੱਦਾਂ ਦੀ ਪੂਰਬਲੇ ਜਨਮਾਂ ਦੇ ਵਿੱਚ ਕਿਰਤ ਕੀਤੀ ਸੀ ਨਾ, ਕਰਮਾਂ ਦਾ ਬੀਜ ਬੀਜਿਆ ਸੀ, ਪਰਮੇਸ਼ਰ ਨੇ ਉਸੇ ਤਰ੍ਹਾਂ ਜੀਵਨ ਦੇ ਅੰਦਰ ਦਾਤ ਦਿੱਤੀ ਹੈ। ਉਹਨਾਂ ਦੀ ਅਗਿਆਨ ਦੀ ਟੇਢੀਆਂ ਜੂਨਾਂ ਦੀ ਵਾਰੀ ਕੱਢ ਦਿੱਤੀ ਹੈ। ਹੁਣ ਪਰਮੇਸ਼ਰ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਤਰਸ ਕਰਕੇ ਮਾਨਸ ਜੀਵਨ ਦੀ ਵਾਰੀ ਦੇ ਦਿੱਤੀ ਹੈ। ਮੰਦਾ ਕਿਸੈ ਨਾ ਆਖ, ਹੇ ਪ੍ਰਾਣਾ ਧਾਰੀ ਜੀਵ, ਕਿਸੇ ਨੂੰ ਵੀ ਮੰਦਾ ਨਾ ਕਹਿਣਾ ਕਰ, ਕਿਸੇ ਨੂੰ ਮਹਾਰਾਜ ਕਹਿੰਦੇ ਮਾੜਾ ਨਾ ਕਿਹਾ ਕਰ। ਝਗੜਾ ਪਾਵਣਾ, ਜੇ ਕਿਸੇ ਨੂੰ ਮੰਦਾ ਕਹੇਗਾ ਤੇ ਝਗੜਾ ਹੀ ਪਵੇਗਾ ਨਾ। ਕਿਸੇ ਨਾਲ ਪਿਆਰ ਤਾਂ ਨਹੀਂ ਨਾ ਪੈਣ ਵਾਲਾ, ਕਿਸੇ ਨਾਲ ਖੁਸ਼ੀ ਦੇ ਨਾਲ ਬੈਠ ਕਰਕੇ ਕੋਈ ਵਚਨ ਵਿਲਾਸ ਤਾਂ ਨਹੀਂ ਨਾ ਕਰਨ ਵਾਲਾ। ਝਗੜਾ ਹੀ ਪਵੇਗਾ ਨਾ ਜੇ ਕਿਸੇ ਨੂੰ ਮੰਦਾ ਕਹੀ ਜਾਵੇਗਾ, ਅਕਾਰਨ ਹੀ ਕਿਸੇ ਨੂੰ ਮੰਦੇ ਸ਼ਬਦ ਕੋਈ ਬੋਲੀ ਜਾਵੇ। ਸਾਧ ਸੰਗਤ ਜੀ ਉਹ ਫਿਰ ਝਗੜਾ ਹੀ ਕਰੇਗਾ ਨਾ ਅੱਗੋਂ, ਕਿ ਮੈਂ ਤੈਨੂੰ ਕੁਝ ਕਿਹਾ ਵੀ ਨਹੀਂ, ਤੂੰ ਅਕਾਰਨ ਹੀ ਮੇਰੇ ਨਾਲ ਈਰਖਾ ਵਸ ਹੋ ਕਰਕੇ ਮੈਨੂੰ ਮੰਦੇ ਸ਼ਬਦ ਬੋਲੀ ਜਾਂਦਾ। ਤੋ ਇਸ ਪ੍ਰਕਾਰ ਮੰਦਾ ਕਿਸੇ ਨਾ ਆਖ, ਝਗੜਾ ਪਾਵਣਾ। ਹੇ ਜੀਵ, ਕਿਸੇ ਨੂੰ ਮੰਦਾ ਨਾ ਕਿਹਾ ਕਰ। ਜੇ ਮੰਦਾ ਕਿਸੇ ਨੂੰ ਕਹੇਗਾ ਤੇ ਫਿਰ ਝਗੜਾ ਹੀ ਪੈਣਾ ਹੈ। ਤੋ ਇਸ ਕਰਕੇ ਹਜੂਰ ਕਹਿੰਦੇ ਝਗੜੇ ਤੋਂ ਬਚਣ ਦੇ ਵਾਸਤੇ ਕਿਸੇ ਨੂੰ ਮੰਦਾ ਨਹੀਂ ਆਖਣਾ ਚਾਹੀਦਾ। ਜਿੱਥੇ ਜਾਏ ਬਹੀਏ ਭਲਾ ਕਹੀਏ, ਜਿੱਥੇ ਜਾ ਕੇ ਬੈਠੋ ਭਲਾ ਹੀ ਆਖਣਾ ਚਾਹੀਦਾ, ਨਹੀਂ ਤਾਂ ਹਜੂਰ ਕਹਿੰਦੇ ਝਗੜਾ ਹੀ ਕਲੇਸ਼ ਹੀ ਪਿਆ ਰਹੇਗਾ। ਨਹਿ ਪਾਏ ਝਗੜਾ ਸੁਆਮ ਸੇਤੀ, ਇਹ ਤਾਂ ਇੱਕ ਪ੍ਰਤੱਖ ਝਗੜਾ ਹੈ, ਪਰ ਇਹ ਸਾਧ ਸੰਗਤ ਜੀ ਬੇਸਮਝ ਅਗਿਆਨੀ ਜੀਵ ਰੱਬ ਦੇ ਨਾਲ ਵੀ ਝਗੜਾ ਹੀ ਪਾ ਕੇ ਰੱਖਦਾ। ਇਸ ਸੰਸਾਰ ਦੇ ਲੋਕਾਂ ਦੇ ਨਾਲ ਤਾਂ ਝਗੜਦਾ ਹੈ ਹੀ ਹੈ, ਕਦੇ ਕਿਸੇ ਨਾਲ ਝਗੜ ਲਿਆ, ਕਦੇ ਕਿਸੇ ਨੂੰ ਮੰਦਾ ਬੋਲ ਕੇ ਝਗੜਾ ਪਾ ਲਿਆ, ਕਲੇਸ਼ ਪਾ ਲਿਆ। ਮਹਾਰਾਜ ਕਹਿੰਦੇ ਇਦਾਂ ਦੀ ਇਹ ਮਨਮੁਖ ਅਗਿਆਨੀ ਜੀਵ ਦੀ ਹਾਲਤ ਹੈ। ਰੱਬ ਦੇ ਨਾਲ ਵੀ ਝਗੜਾ ਹੀ ਕਰਦਾ ਰਹਿੰਦਾ, ਪਰਮਾਤਮਾ ਦੇ ਨਾਲ ਝਗੜਨ ਤੋਂ ਵੀ ਕਦੇ ਗੁਰੇਜ਼ ਨਹੀਂ ਕਰਦਾ। ਉਸ ਰੱਬ ਦੇ ਨਾਲ ਜਿਹਦੇ ਨਾਲ ਕੋਈ ਵਾਹ ਪੇਸ਼ ਨਹੀਂ ਜੀਵ ਦੀ ਚੱਲਦੀ, ਕੋਈ ਚਾਰਾ ਨਹੀਂ, ਉਹਦੇ ਨਾਲ ਵੀ ਝਗੜਦਾ ਹੀ ਰਹਿੰਦਾ। ਤੇ ਫਿਰ ਸਾਧ ਸੰਗਤ ਜੀ ਹਜੂਰ ਕਹਿੰਦੇ ਮੂਰਖਤਾ ਦੀ ਬੇਸਮਝਤਾ ਦੀ ਨਿਸ਼ਾਨੀ ਹੈ ਜੀਵ ਦੀ, ਰੱਬ ਦੇ ਨਾਲ ਝਗੜਨ ਦਾ। ਤੋ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਨਹਿ ਪਾਏ ਝਗੜਾ ਸੁਆਮ ਸੇਤੀ। ਸੁਆਮ ਨਾਮ ਸੁਆਮੀ ਦਾ, ਮਾਲਕ ਦਾ, ਪਰਮਾਤਮਾ ਦਾ ਹੈ। ਹੇ ਜੀਵ, ਪਰਮਾਤਮਾ ਦੇ ਨਾਲ ਕਦੇ ਵੀ ਝਗੜਾ ਨਾ ਪਾ। ਜੇ ਝਗੜਾ ਪਾਵੇਂਗਾ ਤੇ ਪ੍ਰਾਪਤ ਕੀ ਹੋਣ ਵਾਲਾ? ਮਹਾਰਾਜ ਦੱਸਦੇ ਹਨ, ਆਪ ਵੰਜਾਵਣਾ। ਆਪਣਾ ਮਿਲਿਆ ਹੋਇਆ ਜਿਹੜਾ ਜੀਵ ਹੈ ਨਾ, ਜੀਵਨ ਤੈਨੂੰ ਮਨੁੱਖਾ ਸਰੀਰ ਮਿਲਿਆ, ਵੰਜਾਵਣਾ ਖੁਆਰ ਹੀ ਕਰੇਗਾ, ਖੱਜਲ ਖੁਆਰ ਹੀ ਹੋਣਾ ਪਵੇਗਾ ਜੇ ਰੱਬ ਦੇ ਨਾਲ ਝਗੜਾ ਪਾਵੇਗਾ। ਪਰਮੇਸ਼ਰ ਦੇ ਨਾਲ ਝਗੜਾ ਕੀ ਹੈ? ਸਾਧ ਸੰਗਤ ਜੀ, ਰੱਬ ਦੇ ਕੀਤੇ ਹੋਏ ਤੇ ਸ਼ਿਕਵਾ ਕਰਨਾ। ਜੇ ਕੋਈ ਕਾਰਜ ਕਰ ਰਹੇ ਹੈ, ਸਫਲਤਾ ਨਹੀਂ ਮਿਲੀ ਤੇ ਰੱਬ ਨੂੰ ਤਾਨੇ ਮਾਰਨ ਲੱਗ ਪੈਣਾ। ਕਈ ਵਾਰ ਘਰ ਦੇ ਵਿੱਚੋਂ ਕੋਈ ਨੌਜਵਾਨ ਕਿਸੇ ਦੀ ਮੌਤ ਹੋ ਜਾਵੇ ਤਾਂ ਵੀ ਰੱਬ ਨੂੰ ਤਾਨੇ ਮਾਰਨਾ, ਰੱਬਾ ਮੈਂ ਕੀ ਤੇਰਾ ਵਿਗਾੜਿਆ ਸੀਗਾ। ਜੇ ਚੰਗਾ ਕਰਨਾ ਤੇ ਆਖਣਾ ਮੈਂ ਕੀਤਾ, ਤੇ ਜੇ ਕੋਈ ਕਾਰਜ ਕੋ ਵਿਘਨ ਪੈ ਗਿਆ ਫਿਰ ਰੱਬ ਨੂੰ ਆਖਣਾ ਕਿ ਮਾੜਾ ਕੀਤਾ ਤੇ ਆਖਣਾ ਰੱਬਾ ਤੂੰ ਕੀਤਾ। ਇਹ ਰੱਬ ਦੇ ਨਾਲ ਝਗੜਾ ਹੀ ਹੈ। ਤੇ ਮਹਾਰਾਜ ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ ਨਹਿ ਪਾਏ ਝਗੜਾ ਸੁਆਮ ਸੇਤੀ, ਆਪ ਵੰਜਾਵਣਾ। ਹੇ ਜੀਵ, ਜੇ ਰੱਬ ਦੇ ਨਾਲ ਝਗੜਾ ਪਾ ਵੀ ਲਵੇਂਗਾ, ਬੋਲ ਵਿਗਾੜ ਕਰ ਵੀ ਲਵੇਂਗਾ, ਮੰਦੇ ਸ਼ਬਦ ਬੋਲ ਵੀ ਲਵੇਂਗਾ, ਤੇ ਰੱਬ ਨੂੰ ਥੋੜਾ ਕੋ ਫਰਕ ਪੈਣ ਵਾਲਾ ਹੈ। ਆਪ ਹੀ ਖੱਜਲ ਖਵਾਰ ਹੋਵੇਗਾ ਜੇ ਰੱਬ ਦੇ ਨਾਲ ਝਗੜਾ ਕਰੇਗਾ। ਤੇ ਸਾਧ ਸੰਗਤ ਜੀ, ਜਿਨ੍ਹਾਂ ਵੀ ਝਗੜਾ ਕੀਤਾ ਉਹਨਾਂ ਨੂੰ ਸ਼ਾਂਤੀ ਥੋੜਾ ਪ੍ਰਾਪਤੀ ਹੋਈ ਹੈ।
ਜਿਨ੍ਹਾਂ ਨੇ ਵੀ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਝਗੜਾ ਪਾਇਆ ਹੈ, ਭਾਵਨਾ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਨਹੀਂ ਕੀਤੀ, ਉਹਨਾਂ ਦਾ ਸਾਧ ਸੰਗਤ ਜੀ ਮਨ ਵੀ ਕਦੇ ਸ਼ਾਂਤ ਨਹੀਂ ਸੀ ਹੋਇਆ, ਤਪਦਾ ਹੀ ਰਿਹਾ। ਜਿਵੇਂ ਗਰੀਬ ਨਵਾਜ ਧੰਨ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੀ ਸਿੰਘਾਸਣ ਤੇ ਬੈਠਿਆ ਹੋਏ ਬਾਬਾ ਦਾਤੂ ਜੀ ਨੇ ਆ ਕੇ ਲੱਤ ਮਾਰ ਦਿੱਤੀ ਸੀ ਨਾ, ਕਿ ਗੁਰੂ ਸਪੁੱਤਰ ਦਾ ਮੈਂ ਹਾਂ ਵੱਡਾ ਪੁੱਤਰ, ਪਰ ਗੁਰਿਆਈ ਤੇ ਤੁਸੀਂ ਜਾ ਕੇ ਆ ਕੇ ਬੈਠ ਗਏ, ਗੁਰਤਾ ਗੱਦੀ ਦੇ ਇਹ ਤਖਤ ਤੇ ਆ ਕੇ ਬੈਠੇ ਹੋ, ਇਹ ਨਹੀਂ ਗੱਲ ਬਣਨ ਵਾਲੀ। ਗੁਰੂ ਸਪੁੱਤਰ ਮੈਂ ਆ, ਮੈਨੂੰ ਗੁਰਤਾ ਗੱਦੀ ਮਿਲਣੀ ਚਾਹੀਦੀ ਹੈ। ਇੱਕ ਪਾਣੀ ਭਰਨ ਵਾਲਾ ਸਿੱਖ ਕਿੱਦਾਂ ਇਹ ਗੁਰਿਆਈ ਦੀ ਦਾਤ ਪਾ ਸਕਦਾ ਹੈ? ਇਦਾਂ ਦੇ ਬੜੇ ਸਾਧ ਸੰਗਤ ਜੀ ਮੰਦੇ ਸ਼ਬਦ ਮਹਾਰਾਜ ਸਾਹਿਬ ਜੀ ਨੂੰ ਬੋਲੇ ਸਜੇ ਹੋ ਦੀਵਾਨ ਦੇ ਵਿੱਚ। ਫੇਰ ਵੀ ਨਿਮਰਤਾ ਦੇ ਪੁੰਜ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਚੁੱਪਤਾ ਹੀ ਧਾਰਨ ਕਰਕੇ ਬੈਠੇ ਰਹੇ, ਕੋਈ ਬਚਨ ਨਹੀਂ ਕੀਤਾ, ਭਾਵੇਂ ਲੱਤ ਵੀ ਮਾਰ ਦਿੱਤੀ ਹੈ। ਦੇਖੋ ਸਾਧ ਸੰਗਤ ਜੀ ਕਿੰਨੀ ਭਾਰੀ ਨਿਮਰਤਾ ਹੈ ਸਤਿਗੁਰੂ ਜੀ ਅੰਦਰ। ਮਹਾਰਾਜ ਸਾਹਿਬ ਜੀ ਕਾਹਲੀ ਦੇ ਨਾਲ ਬਾਬਾ ਦਾਤੂ ਜੀ ਦਾ ਚਰਨ ਫੜ ਕੇ ਨਾ ਘੁੱਟਣ ਲੱਗ ਪਏ ਹੈ, ਬੜੇ ਪਿਆਰ ਦੇ ਨਾਲ ਬਚਨ ਕਰਦੇ ਨੇ ਆਪ ਜੀ, ਸਾਡੇ ਗੁਰੂ ਦੇਵ ਦੇ ਸੁਪੁੱਤਰ ਹੋ, ਤੁਹਾਡਾ ਸਰੀਰ ਕੋਮਲ ਹੈ, ਸਾਡੀ ਬਿਰਧ ਅਵਸਥਾ ਹੈ, ਸਰੀਰ ਪੱਕਾ ਹੈ, ਤੁਹਾਨੂੰ ਦਰਦ ਹੋਈ ਹੋਵੇਗੀ, ਲਿਆਓ ਅਸੀਂ ਘੁੱਟ ਦਿੰਦੇ ਹਾਂ। ਸਾਧ ਸੰਗਤ ਜੀ ਉੱਥੇ ਮਹਾਰਾਜ ਸਾਹਿਬ ਜੀ ਦਾ ਤਾਂ ਕੁਝ ਨਾ ਵਿਗਾੜ ਸਕਿਆ। ਇਤਿਹਾਸ ਅੰਦਰ ਇਹ ਵੀ ਬਚਨ ਲਿਖੇ ਹੋਏ, ਸਤਿਗੁਰੂ ਜੀ ਉੱਥੋਂ ਉੱਠ ਕਰਕੇ ਭਾਵੇਂ ਚਲੇ ਗਏ ਨੇ, ਪਰ ਜੋ ਕੁਝ ਵੀ ਦਾਤਾ ਧਨ ਪਦਾਰਥ ਜੋ ਭੇਟਾਵਾਂ ਦੇ ਅੰਬਾਰ ਲੱਗੇ ਸੀ, ਆਪਣੇ ਚੇਲਿਆਂ ਨੂੰ ਨਾਲ ਲੈ ਕੇ ਚੁੱਕ ਕੇ ਲੈ ਗਏ ਸੀ ਬਾਬਾ ਦਾਤੂ ਜੀ। ਤੇ ਰਸਤੇ ਵਿੱਚ ਚੋਰ ਪੈ ਗਏ, ਲੁਟੇਰਿਆਂ ਨੇ ਸਭ ਕੁਝ ਲੁੱਟ ਲਿਆ ਤੇ ਬਹੁਤ ਕੁਟਾਪਾ ਵੀ ਚਾੜਿਆ ਸੀਗਾ, ਬਹੁਤ ਕੁੱਟਿਆ, ਸਾਰਾ ਕੁਝ ਲੁੱਟਿਆ ਵੀ ਗਿਆ, ਕੁਝ ਪੱਲੇ ਨਹੀਂ ਸੀਗਾ ਪਿਆ। ਤੇ ਇਸ ਕਰਕੇ ਮਹਾਰਾਜ ਕਹਿੰਦੇ ਮਾਲਕ ਦੇ ਨਾਲ ਨਹੀਂ ਕਦੇ ਝਗੜਾ ਕਰਨਾ ਚਾਹੀਦਾ। ਤੇ ਜੇ ਬਾਬਾ ਮੋਹਨ ਜੀ ਨੇ ਸਾਧ ਸੰਗਤ ਜੀ ਮਹਾਰਾਜ ਜੀ ਦਾ ਬਚਨ ਨਹੀਂ ਸੀ ਨਾ ਮੰਨਿਆ, ਪਿਤਾ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦਾ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰਨ ਲਈ ਕਿਹਾ ਸੀਗਾ। ਜਦੋਂ ਗੁਰਤਾ ਦੀ ਦਾਤ ਬਖਸ਼ੀ ਹੈ, ਗੁਰਿਆਈ ਦੀ ਦਾਤ ਬਖਸ਼ੀ, ਉਦੋਂ ਬਚਨ ਕੀਤਾ ਸੀ ਸਾਰੇ ਸਾਡੇ ਤਰ੍ਹਾਂ ਜਿਵੇਂ ਅਸੀਂ ਨਮਸਕਾਰ ਕੀਤੀ ਹੈ, ਸਾਰੀ ਸੰਗਤ ਮਿਲ ਕਰਕੇ ਨਮਸਕਾਰ ਕਰੋ। ਪਹਿਲਾਂ ਆਪਣੇ ਸਾਹਿਬਜ਼ਾਦਿਆਂ ਜੀ ਨੂੰ ਕਿਹਾ ਤੇ ਬਾਬਾ ਮੋਹਨ ਜੀ ਨੇ ਇਨਕਾਰ ਕਰ ਦਿੱਤਾ ਸੀ, ਮਹਾਰਾਜ ਜੀ ਦਾ ਬਚਨ ਨਹੀਂ ਸੀਗਾ ਮੰਨਿਆ। ਤੇ ਹਜੂਰ ਨੇ ਇਹ ਬਚਨ ਕੀਤਾ ਸੀ, ਕਹਿੰਦੇ ਸੀਗੇ ਤੇਰਾ ਮਨ ਜਿਹੜਾ ਨਾ ਸ਼ਾਂਤ ਨਹੀਂ ਹੋਵੇਗਾ, ਇਹ ਮੋਹਨ ਤੂੰ ਸਾਡਾ ਬਚਨ ਨਹੀਂ ਮੰਨਿਆ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ ਸੀ। ਫਿਰ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਹਜੂਰ ਦੇ ਚਰਨਾਂ ਤੇ ਬਾਬਾ ਮੋਹਨ ਜੀ ਨੇ ਝੁਕ ਕਰਕੇ ਨਮਸਕਾਰ ਕੀਤੀ, ਤਾਂ ਇਹ ਸਰਾਪ ਜਿਹੜਾ ਸੀ ਨਾ, ਇਹਦੇ ਤੋਂ ਮੁਕਤੀ ਮਿਲੀ ਸੀ। ਨਹੀਂ ਤੇ ਉਹਨਾਂ ਚਿਰ ਮਨ ਸ਼ਾਂਤ ਹੀ ਨਹੀਂ ਸੀ ਹੋਇਆ, ਮਨ ਤਪਦਾ ਰਹਿੰਦਾ ਸੀਗਾ। ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਨਹਿ ਪਾਏ ਝਗੜਾ ਸਵਾਮ ਸੇਤੀ, ਆਪ ਵੰਜਾਵਣਾ। ਆਪਣਾ ਆਪ ਖੱਜਲ ਖਵਾਰੀ ਕਰਨਾ ਪੈਂਦਾ ਜੇ ਮਾਲਕ ਦੇ ਨਾਲ ਝਗੜਾ ਪਾਈਏ। ਤੇ ਬਾਬਾ ਪ੍ਰਿਥੀ ਚੰਦ ਜੀ ਨੇ ਕਿਹੜਾ ਕੋਈ ਸੁੱਖ ਪਾ ਲਿਆ ਸੀਗਾ? ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਨਾਲ ਝਗੜਾ ਕਰਕੇ ਅਕਾਰਨ ਹੀ ਈਰਖਾ ਕਰਦੇ ਰਹੇ ਹੈ ਨਾ। ਈਰਖਾ ਵਸ ਹੋ ਕਰਕੇ ਕਦੇ ਸਾਧ ਸੰਗਤ ਜੀ ਦਿੱਲੀ ਤਖਤ ਤੇ ਜਾ ਕਰਕੇ ਝੂਠੀਆਂ ਸ਼ਿਕਾਇਤਾਂ, ਝੂਠੀਆਂ ਗੱਲਾਂ ਬਣਾ ਕਰਕੇ ਆਖਣੀਆਂ। ਕਦੇ ਸਾਧ ਸੰਗਤ ਜੀ ਦੁਸ਼ਮਣਾਂ ਨੂੰ ਚੜਾ ਕਰਕੇ ਲੈ ਆਉਣਾ। ਕਦੇ ਬਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਅਵਤਾਰ ਹੋਣੇ ਤੇ ਕਿੰਨੇ ਯਤਨ ਕਰਨੇ ਕਿ ਇਹਨਾਂ ਕਿਹੜੀ ਜਿੰਦੜੀ ਮੰਨਣੀ ਹੈ। ਸਾਧ ਸੰਗਤ ਜੀ ਬਹੁਤ ਯਤਨ ਕੀਤਾ ਸੀਗਾ, ਪਰ ਦੇਖ ਲਓ ਅੱਜ ਵੀ ਕਿਹੜਾ ਉਹਨਾਂ ਨੂੰ ਕੋਈ ਉਹਨਾਂ ਦੀ ਸੋਭਾ ਦੇ ਬਚਨ ਕਰਦਾ। ਉਹ ਸਮੇਂ ਵੀ ਜਦੋਂ ਸੰਗਤ ਨੂੰ ਪਤਾ ਚੱਲਿਆ ਸੀ ਨਾ ਕਿ ਸਪੇਰੇ ਨੂੰ ਪੈਸੇ ਦਿੱਤੇ ਆ ਸਾਹਿਬਜ਼ਾਦੇ ਨੂੰ ਮਰਵਾਉਣ ਦੇ ਲਈ, ਫਿਰ ਜਿਹੜੀ ਦਾਈ ਸੀ ਉਹਦੀ ਅਸਤਰਾਂ ਨੂੰ ਜ਼ਹਿਰ ਲਵਾਇਆ, ਉਹ ਵੀ ਆਪ ਸਾਰਾ ਕੀਤਾ। ਤੋ ਇਸੇ ਪ੍ਰਕਾਰ ਬ੍ਰਾਹਮਣ ਨੂੰ ਫਿਰ ਦਹੀਂ ਵਿੱਚ ਜ਼ਹਿਰ ਮਿਲਾਉਣ ਦੇ ਵਾਸਤੇ ਆਖਿਆ, ਜਿਹੜਾ ਖਡਾਵਾਂ ਬ੍ਰਾਹਮਣ ਸੀਗਾ। ਇਹ ਸਾਰਾ ਜਦੋਂ ਪੜਦਾ ਸੰਗਤ ਦੇ ਵੀ ਜ਼ਾਹਰ ਹੋਇਆ ਤੇ ਸਾਰਿਆਂ ਨੇ ਫਿਟਕਾਰਾਂ ਪਾਈਆਂ, ਲਾਹਣਤਾਂ ਪਾਈਆਂ ਸਨ ਕਿ ਮਹਾਰਾਜ ਸਾਹਿਬ ਜੀ ਦੇ ਨਾਲ ਇੰਨੀ ਜ਼ਿਆਦਾ ਈਰਖਾ, ਇਹ ਪ੍ਰਿਥੀ ਚੰਦ ਕਿਉਂ ਈਰਖਾ ਕਰਦਾ ਹੈ? ਸਾਧ ਸੰਗਤ ਜੀ ਕਿਸੇ ਨੇ ਕੋਈ ਸ਼ੋਭਾ ਨਹੀਂ ਸੀ ਕੀਤੀ। ਤੋ ਇਸ ਕਰਕੇ ਮਹਾਰਾਜ ਕਹਿੰਦੇ ਹਨ, ਮਾਲਕ ਦੇ ਨਾਲ ਕਦੇ ਵੀ ਸਾਧ ਸੰਗਤ ਜੀ ਝਗੜਾ ਨਹੀਂ ਪਾਉਣਾ ਚਾਹੀਦਾ। ਗਰੀਬ ਨਵਾਜ ਸਤਿਗੁਰੂ ਜੀ ਸਭ ਦਾ ਭਲਾ ਹੀ ਕਰਦੇ ਆ,
ਆਪਣਾ ਆਪ ਹੀ ਖਰਾ ਖੱਜਲ ਖਵਾਰ ਕਰਨਾ ਪੈਂਦਾ ਹੈ। ਜਿਸ ਨਾਲ ਸੰਗਤ ਕਰ ਸਰੀਕੀ, ਤੇ ਜਿਨ੍ਹਾਂ ਦੀ ਸੰਗਤ ਵਿੱਚ ਬੈਠ ਕੇ ਸੁਖ ਮਿਲਦਾ ਹੈ, ਪਰਮੇਸ਼ਰ ਦਾ ਨਾਮ ਜਪਣ ਦਾ ਅਵਸਰ ਮਿਲਦਾ ਹੈ, ਫਿਰ ਉਹਨਾਂ ਦੇ ਨਾਲ ਹੀ ਮਹਾਰਾਜ ਕਹਿੰਦੇ ਜਿਹੜਾ ਸ਼ਰੀਕਪੁਣਾ ਕਰਨ ਲੱਗ ਪੈਂਦਾ, ਹਰ ਸਮੇਂ ਮਨ ਦੇ ਅੰਦਰ ਸ਼ਰੀਕਪੁਣਾ ਹੀ ਬਣਾ ਕੇ ਰੱਖਦਾ ਹੈ। ਜਾਏ ਕਿਆ ਰੂਆਵਣਾ, ਤੇ ਕੀ ਜਾ ਕਰਕੇ ਕੁਝ ਪ੍ਰਾਪਤ ਕਰ ਲਵੇਗਾ? ਪਰਮੇਸ਼ਰ ਦੇ ਘਰ ਦੇ ਵਿੱਚ ਵੀ ਕੁਝ ਨਹੀਂ ਉਹਨੂੰ ਸੁਖ ਮਿਲਣ ਵਾਲਾ। ਰੂਹ ਆਵਣਾ, ਮਹਾਰਾਜ ਕਹਿੰਦੇ ਰੋਣਾ ਹੀ ਪੈਂਦਾ, ਭੁੱਬਾ ਮਾਰ ਮਾਰ ਕਰਕੇ ਪਛਤਾਉਣਾ ਹੀ ਪੈਂਦਾ ਹੈ ਜਿਹੜਾ ਬਰਾਬਰਤਾ ਕਰਨ ਦੇ ਯਤਨ ਕਰਦਾ ਹੈ। ਸਤ ਸੰਗਤ ਜੀ, ਕੁਝ ਨਹੀਂ ਪੱਲੇ ਪੈਂਦਾ। ਸਮੇਂ ਦੌਰਾਨ ਜਿਨ੍ਹਾਂ ਵੀ ਯਤਨ ਕੀਤਾ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਹੈ। ਕੋਈ ਸਮਾਂ ਭਾਵੇਂ ਉਹਨਾਂ ਨੇ ਚੰਮ ਦੀਆਂ ਚਲਾ ਲਈਆਂ ਨੇ, ਪਰ ਸਾਧ ਸੰਗਤ ਜੀ, ਸੱਚ ਤਾਂ ਆਖਰਕਾਰ ਸੱਚ ਹੀ ਹੁੰਦਾ ਹੈ ਨਾ। ਸੱਚ ਤਾਂ 100 ਪੜਦੇ ਪਾੜ ਕੇ ਵੀ ਸਾਹਮਣੇ ਆ ਜਾਂਦਾ। ਕਿੰਨਾ ਕੁ ਸਮਾਂ ਲੋਕਾਂ ਦੀ ਅੱਖੀਂ ਘੱਟਾ ਪਾਇਆ ਜਾ ਸਕਦਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ, ਜਿਨ੍ਹਾਂ ਸਤਿਗੁਰੂ ਜੀ ਦੀ ਸੰਗਤ ਵਿੱਚ ਬੈਠ ਕੇ ਸੁਖ ਮਿਲਦਾ, ਜਿਨ੍ਹਾਂ ਦੀ ਸੰਗਤ ਕੀਤੀ ਹੈ, ਜੀਵਨ ਦੇ ਅੰਦਰ ਸੋਝੀ ਪ੍ਰਾਪਤ ਕੀਤੀ ਹੈ, ਜੇ ਉਹਨਾਂ ਦੇ ਨਾਲ ਹੀ ਸ਼ਰੀਕੀ ਕਰਨੀ ਹੈ, ਜਾਏ ਕਿਆ ਰੂਆਵਣਾ, ਕੀ ਖੱਟਿਆ? ਰੋਣਾ ਹੀ ਖੱਟਿਆ ਨਾ। ਮਹਾਰਾਜ ਕਹਿੰਦੇ ਕੁਝ ਪ੍ਰਾਪਤ ਹੋਰ ਥੋੜਾ ਜੀਵਨ ਦੇ ਵਿੱਚ ਹੋਇਆ, ਰੋਣਾ ਪੈਂਦਾ ਭੁੱਬਾ ਮਾਰ ਮਾਰ ਕਰਕੇ। ਤੇ ਜਿਹੜੇ ਸਾਧ ਸੰਗਤ ਜੀ ਪਖੰਡੀ ਡੰਮ ਗੁਰੂ ਬਣ ਕਰਕੇ ਬੈਠੇ ਸਨ, ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹੀ ਦੀ ਬਰਾਬਰਤਾ ਕਰਨ ਦਾ ਯਤਨ ਕੀਤਾ, ਆਪ ਨੂੰ ਪਤਾ ਹੀ ਅੱਜ ਉਹਨਾਂ ਦੀ ਕੀ ਹਾਲਤ ਹੋ ਰਹੀ ਹੈ। ਭਾਵੇਂ ਕੋਈ ਪਨਿਆਰੇ ਵਾਲਾ, ਭਾਵੇਂ ਆਸ਼ੂਤੋਸ਼ ਹੋਇਆ, ਜਿਹੜੇ ਗੁਰੂ ਬਣ ਕਰਕੇ ਬੈਠੇ ਸਨ, ਭਾਵੇਂ ਰਾਮ ਰਹੀਮ ਵਰਗੇ ਹੋਏ ਹੈ। ਸਾਧ ਸੰਗਤ ਜੀ, ਅੱਜ ਪੜਦਾ ਜ਼ਾਹਰ ਹੋ ਹੀ ਗਿਆ ਨਾ। ਪਖੰਡ ਕਰ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੋਇਆ ਸੀਗਾ, ਪਰ ਹਜੂਰ ਕਹਿੰਦੇ ਬਾਅਦ ਵਿੱਚ ਪਛਤਾਉਣਾ ਪੈਂਦਾ, ਭੱਬਾ ਮਾਰ ਮਾਰ ਕਰਕੇ ਰੋਣਾ ਪੈਂਦਾ ਹੈ। ਤੋ ਇਸੇ ਪ੍ਰਕਾਰ ਇਸ ਪੰਕਤੀ ਦਾ ਅੰਤਰੀਵ ਅਰਥ ਵੀ ਹੈ। ਹਜੂਰ ਫਰਮਾਉਂਦੇ ਹਨ, ਜਿਸ ਨਾਲ ਸੰਗਤ ਕਰ ਸਰੀਕੀ, हे ਜੀਵ, ਜਿਨ੍ਹਾਂ ਦੇ ਨਾਲ ਮਿਲ ਕਰਕੇ ਸੰਗਤ ਕਰਕੇ ਰੱਬ ਨੂੰ ਚੇਤੇ ਕਰਦਾ ਮਹਾਰਾਜ ਸੱਚੇ ਪਾਤਸ਼ਾਹ, ਹਜੂਰ ਕਹਿੰਦੇ ਫਿਰ ਸ਼ਰੀਕਪੁਣਾ ਵੀ ਮਨ ਦੇ ਅੰਦਰ ਧਾਰਨ ਕਰਦਾ ਹੈ। ਜਾਏ ਕਿਆ ਰੂਆਵਣਾ, ਤੇ ਮਿਲੇਗਾ ਕੀ? ਰੂਹ ਆਵਣਾ। ਜਿਹੜੀ ਤੇਰੀ ਰੂਹ ਹੈ ਨਾ, ਉਹ ਬਾਰ-ਬਾਰ ਆਉਂਦੀ ਰਹੇਗੀ ਸੰਸਾਰ ਦੇ ਅੰਦਰ। ਰੂਹ ਆਵਣਾ, ਤੇਰੀ ਰੂਹ ਨੂੰ ਬਾਰ-ਬਾਰ ਆਉਣਾ ਪਊਗਾ ਸੰਸਾਰ ਦੇ ਅੰਦਰ ਜਨਮ ਧਾਰਨ ਕਰਨ ਦੇ ਲਈ। ਮਹਾਰਾਜ ਕਹਿੰਦੇ ਪਰਮਾਤਮਾ ਦੇ ਵਿੱਚ ਅਭੇਦ ਨਹੀਂ ਹੋ ਸਕੇਗੀ, ਬਾਰ-ਬਾਰ ਸੰਸਾਰ ਦੇ ਵਿੱਚ ਹੀ ਜਨਮ ਲੈਣਾ ਪਵੇਗਾ। ਜੋ ਦੇ ਸਹਿਣਾ ਮਨ ਹੈ ਕਹਿਣਾ, ਅਸਲ ਦੇ ਵਿੱਚ ਇਹ ਗੁਰਸਿੱਖ ਚਾਹੀਦਾ ਤਾਂ ਏਦਾਂ, ਜੋ ਪਰਮਾਤਮਾ ਜੀਵਨ ਦੇ ਅੰਦਰ ਦੁੱਖ ਸੁੱਖ ਮਾਨ ਅਪਮਾਨ ਉਸਤਤ ਨਿੰਦਾ ਜੋ ਵੀ ਜੀਵਨ ਦੇ ਅੰਦਰ ਦਿੰਦਾ, ਮਨ ਹੈ ਸਹਿਣਾ। ਮਨ ਕਰਕੇ ਮਹਾਰਾਜ ਕਹਿੰਦੇ ਉਹ ਸਹਿਣਾ ਕਰ, ਜੀਵਨ ਦੇ ਅੰਦਰ ਸਤ ਕਰਕੇ ਉਸ ਨੂੰ ਮੰਨਣਾ ਕਰ। ਆਖ ਨਾਹੀ ਬਾਵਣਾ, ਤੋ ਹਜੂਰ ਕਹਿੰਦੇ ਹਨ, ਜੋ ਦੇ ਸਹਿਣਾ ਮਨ ਹੈ ਕਹਿਣਾ, ਆਖ ਨਾਹੀ ਵਾਵਣਾ। ਆਖਣਾ ਨਹੀਂ ਚਾਹੀਦਾ ਕਦੋਂ, ਰੱਬ ਦੇ ਕੀਤੇ ਹੋਏ ਦੀ ਸ਼ਿਕਵਾ ਨਹੀਂ ਕਰਨਾ ਚਾਹੀਦਾ ਕਿ ਪ੍ਰਮਾਤਮਾ ਮੈਨੂੰ ਕਿਉਂ ਨਹੀਂ ਸੁੱਖ ਦਿੱਤਾ, हे ਪਰਮੇਸ਼ਰ ਮੇਰੇ ਗਵਾਂਢੀਆਂ ਨੂੰ ਬਹੁਤੇ ਸੁੱਖ ਦੇ ਦਿੱਤੇ ਤੇ ਮੈਨੂੰ ਥੋੜੇ ਦਿੱਤੇ ਆ, ਮੇਰੇ ਨਾਲ ਕੋਈ ਤੇਰਾ ਵੈਰ ਆ। ਇਦਾਂ ਦੇ ਸ਼ਬਦ ਨਹੀਂ ਮਹਾਰਾਜ ਕਹਿੰਦੇ ਬੋਲਣੇ ਚਾਹੀਦੇ। ਗਵਾਂਢੀ ਦੇ ਆਪਣੇ ਕਰਮ ਹਨ, ਜੀਵ ਤੇਰੇ ਆਪਣੇ ਕਰਮ ਹੈ। ਦੱਦੈ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਜੋ ਇਹ ਮਨ ਵਿੱਚ ਭਾਵਨਾ ਬਣਾ ਕੇ ਜੋ ਮੈਂ ਕਰਮਾਂ ਦਾ ਬੀਜ ਬੀਜਿਆ ਸੀ ਪੂਰਬਲੇ ਜਨਮ ਦੇ ਵਿੱਚ, ਉਹਦਾ ਫਲ ਮੈਨੂੰ ਮਿਲਿਆ, ਤੇ ਜੋ ਮੇਰੇ ਗਵਾਂਢੀ ਨੇ ਬੀਜਿਆ ਸੀ ਉਹਦਾ ਫਲ ਰੱਬ ਨੇ ਉਹਨੂੰ ਦੇ ਦਿੱਤਾ। ਮਹਾਰਾਜ ਕਹਿੰਦੇ ਝਗੜਾ ਨਹੀਂ ਕਰਨਾ ਚਾਹੀਦਾ, ਰੱਬ ਦੇ ਕੀਤੇ ਉਹਦੇ ਕਦੇ ਵੀ ਸ਼ਿਕਵਾ ਨਾ ਕਰਿਆ ਕਰ। ਜੋ ਦੇ ਸਹਿਣਾ ਮਨਿ ਕਹਿਣਾ, ਮਨ ਆਪਣੇ ਨੂੰ ਸਗੋਂ ਕਹਿਆ ਕਰ, ਸਮਝਾਇਆ ਕਰ, ਹੇ ਮਨਾ ਐਵੇਂ ਤੂੰ ਝੂਰਦਾ ਰਹਿੰਦਾ, ਮਨਾ ਐਵੇਂ ਤੂੰ ਬਾਰ-ਬਾਰ ਵਿਰਲਾਪ ਕਰਦਾ ਰਹਿੰਦਾ। ਅਸਲ ਦੇ ਵਿੱਚ ਕਮਾਏ ਹੋਏ ਜਿੱਦਾਂ ਦੇ ਕਰਮ ਉਹਦਾ ਫਲ ਮਿਲਿਆ ਹੋਇਆ ਹੈ। ਮਹਾਰਾਜ ਕਹਿੰਦੇ ਮਨਿ ਕਹਿਣਾ, ਮਨ ਨੂੰ ਕਹਿ ਕਰਕੇ ਸਮਝਾਇਆ ਕਰ, ਹੈ ਜੀਵ, ਜੋ ਅਕਾਲ ਪੁਰਖ ਵਾਹਿਗੁਰੂ ਨੇ ਜੀਵਨ ਦੇ ਅੰਦਰ ਬਖਸ਼ਿਸ਼ ਕੀਤਾ, ਉਹ ਪਰਮੇਸ਼ਰ ਨੇ ਕਰਮਾਂ ਅਨੁਸਾਰ ਸਾਡੇ ਕਰਮਾਂ ਦਾ ਬੀਜਿਆ ਹੋਇਆ ਫਲ ਹੀ ਸਾਨੂੰ ਦਿੱਤਾ ਹੈ। ਆਖ ਨਾਹੀ ਵਾਵਣਾ, ਤੇ ਜੇ ਬਾਰ-ਬਾਰ ਆਖੀ ਜਾਵੇਂਗਾ ਤੇ ਵਾਵਣਾ ਝਗੜਾ ਹੀ ਪਵੇਗਾ। ਮਹਾਰਾਜ ਕਹਿੰਦੇ ਵਾਵਣਾ ਵਿਰਲਾਪ ਵੀ ਕਰੇਗਾ,
ਵਾਵਣਾ ਖੁਆਰ ਹੀ ਹੋਵੇਗਾ, ਕੁਝ ਪ੍ਰਾਪਤ ਤਾਂ ਨਹੀਂ ਤੈਨੂੰ ਹੋ ਸਕੇਗਾ। ਵਾਰੀ ਖਸਮ ਕਢਾਏ। ਤੋ ਹਜੂਰ ਫੇਰ ਫਰਮਾਨ ਕਰ ਰਹੇ ਹੈ, ਦੁਬਾਰਾ ਉਹੀ ਪੰਕਤੀ ਨੂੰ ਦੁਹਰਾ ਕੇ ਕਿ ਹੇ ਗੁਰਸਿੱਖੋ, ਪ੍ਰਮਾਤਮਾ ਨੇ ਜਿਨ੍ਹਾਂ ਦੇ ਮਨੁੱਖਾ ਦੇਹੀ ਦੀ ਵਾਰੀ ਜੀਵਨ ਦੇ ਅੰਦਰ ਬਖਸ਼ੀ ਹੈ, ਮਾਨਸ ਜੀਵਨ ਬਖਸ਼ਿਸ਼ ਕੀਤਾ ਹੈ, ਜਾਂ ਅਗਿਆਨ ਨੂੰ ਜੀਵਨ ਦੇ ਵਿੱਚੋਂ ਕੱਢ ਦਿੱਤਾ ਹੈ, 84 ਲੱਖ ਜੂਨਾਂ ਨੇ ਜਿਨ੍ਹਾਂ ਨੂੰ ਕੱਢ ਕਰਕੇ ਜੀਵਨ ਬਖਸ਼ਿਆ ਹੈ। ਕਿਰਤ ਕਮਾਵਣਾ। ਹਜੂਰ ਕਹਿੰਦੇ ਹੋ ਫਿਰ ਚੰਗੇ ਨਿਸ਼ਕਾਮ ਕਰਮਾਂ ਦੀ ਕਿਰਤ ਕਰਦੇ ਹੈ, ਨਿਸ਼ਕਾਮ ਕਰਮ ਜੀਵਨ ਵਿੱਚ ਕਮਾਉਂਦੇ ਹਨ। ਸਭ ਉਪਾਇਨ ਆਪ। ਸਾਰੀ ਸ੍ਰਿਸ਼ਟੀ ਪਰਮੇਸ਼ਰ ਨੇ ਆਪ ਹੀ ਪੈਦਾ ਕੀਤੀ ਹੈ। ਆਪੇ ਨਦਰ ਕਰੇ। ਆਪ ਹੀ ਪ੍ਰਮਾਤਮਾ ਜਿਨ੍ਹਾਂ ਤੇ ਕਿਰਪਾ ਦੀ ਨਜ਼ਰ ਕਰਦਾ ਹੈ ਨਾ, ਉਹਨਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ ਹੈ। ਭਾਵੇਂ ਸਾਰੀ ਸ੍ਰਿਸ਼ਟੀ ਦੇ ਜੀਵ ਪਰਮੇਸ਼ਰ ਦੇ ਆਪ ਹੀ ਪੈਦਾ ਕੀਤੇ ਨੇ, ਪਰ ਇੱਕ ਸਾਧਾਰਨ ਕਿਰਪਾ ਹੁੰਦੀ ਹੈ, ਦੂਸਰੀ ਵਿਸ਼ਿਸ਼ਟ ਕਿਰਪਾ ਹੁੰਦੀ ਹੈ। ਜਿਨ੍ਹਾਂ ਤੇ ਵਿਸ਼ੇਸ਼ ਕਰਕੇ ਕਿਰਪਾ ਕਰਦਾ ਹੈ ਨਾ, ਉਹਨਾਂ ਗੁਰਮੁਖਾਂ ਦੇ ਹਿਰਦੇ ਅੰਦਰ ਆਪਣੇ ਚਰਨਾਂ ਦਾ ਪਿਆਰ ਲਾ ਦਿੰਦਾ ਹੈ। ਗਰੀਬ ਨਵਾਜ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਖ ਰਹੇ ਨੇ, ਸਭ ਉਪਾਇਨ ਆਪ ਆਪੇ ਨਦਰ ਕਰੇ। ਹੈ ਜੀਵ ਜਿਨ੍ਹਾਂ ਤੇ ਵਾਹਿਗੁਰੂ ਨੇ ਕਿਰਪਾ ਦੀ ਨਜ਼ਰ ਕੀਤੀ ਹੈ, ਆਪ ਜਿਨ੍ਹਾਂ ਨੂੰ ਬਖਸ਼ਿਆ ਹੈ, ਆਪਣੇ ਚਰਨਾਂ ਦੇ ਨਾਲ ਜੋੜ ਲੈਣਾ ਕੀਤਾ ਹੈ। ਕੌੜਾ ਕੋਈ ਨਾ ਮਾਗੈ। ਹਜੂਰ ਕਹਿੰਦੇ ਸੰਸਾਰ ਦੇ ਜੀਵਾਂ ਦੀ ਇਦਾਂ ਦੀ ਹਾਲਤ ਹੈ, ਕੌੜਾ ਪਦਾਰਥ ਕੋਈ ਨਹੀਂ ਮੰਗਦਾ। ਹਰ ਕੋਈ ਮਿੱਠਾ ਹੀ ਮੰਗਦਾ ਹੈ ਨਾ, ਕਿ ਮੈਨੂੰ ਮਿਠਾਸ ਭਰਿਆ ਪਦਾਰਥ ਮਿਲੇ, ਮਿੱਠੜੇ ਸੁਭਾਅ ਵਾਲੇ ਜੀਵਾਂ ਦੇ ਨਾਲ ਮੇਰੀ ਸੰਗਤ ਹੋਵੇ, ਮਿੱਠੇ ਬੋਲ ਬੋਲਣ ਵਾਲਿਆਂ ਦੇ ਨਾਲ, ਚੰਗੇ ਸ਼ਬਦ ਬੋਲਣ ਵਾਲਿਆਂ ਦੇ ਨਾਲ ਮੇਰਾ ਪਿਆਰ ਬਣ ਜਾਵੇ, ਤਿਨਾਂ ਦੀ ਸੰਗਤ ਮਿਲੇ। ਤੋ ਇਸ ਪ੍ਰਕਾਰ ਮਿੱਠਾ ਕਹਿ ਲਈਏ ਕਿ ਸੁੱਖ ਦਾ ਵਾਜ ਕੇ ਹਰ ਕੋਈ ਸੁੱਖ ਹੀ ਲੋੜਦਾ ਹੈ। ਹਜੂਰ ਦੇ ਬਚਨ ਆਉਂਦੇ ਹਨ, ਕੋਈ ਨਹੀਂ ਕਹਿੰਦਾ ਕਿ ਮਹਾਰਾਜ ਮੈਨੂੰ ਦੁੱਖ ਲੱਗੇ। ਕੌਣ ਕਹਿੰਦਾ? ਸੀ ਸਾਰੇ ਸੁੱਖ ਹੀ ਮੰਗਦੇ ਆ ਨਾ, ਕੋਈ ਤਨ ਕਰਕੇ ਤੇ ਕੋਈ ਮਨ ਕਰਕੇ ਮੰਗਦਾ, ਮੰਗਦੇ ਸਾਰੇ ਸੁੱਖ ਹੀ ਆ। ਇਹ ਨਹੀਂ ਕੋਈ ਕਹਿੰਦਾ ਕਿ ਮਹਾਰਾਜ ਮੈਨੂੰ ਦੁੱਖ ਲੱਗੇ, ਦੁੱਖ ਆ ਕਰਕੇ ਮੈਨੂੰ ਚੰਬੜ ਜਾਣ, ਨਹੀਂ, ਹਰ ਕੋਈ ਸੁੱਖ ਹੀ ਸਾਧ ਸੰਗਤ ਜੀ ਲੋੜਦਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜੀਵ ਬੇਸਮਝ ਹੋਣੇ ਕਰਕੇ ਜਿਹੜੇ ਕੌੜੇ ਸੰਸਾਰ ਦੇ ਵਿਸ਼ੇ ਸੁੱਖਾਂ ਦੇ ਪਦਾਰਥ ਹੈ ਨਾ, ਵਿਸ਼ਿਆਂ ਦੇ ਸੁੱਖ ਹਨ, ਉਹਨਾਂ ਨੂੰ ਮਿੱਠੇ ਜਾਣ ਕਰਕੇ ਉਹ ਹੀ ਹਰ ਸਮੇਂ ਮੰਗਦਾ ਰਹਿੰਦਾ ਹੈ, ਉਹਨਾਂ ਦੀ ਹਰ ਸਮੇਂ ਜਾਚਨਾ ਕਰਦਾ ਰਹਿੰਦਾ ਹੈ। ਪਰ ਜਿਹੜਾ ਅੰਮ੍ਰਿਤ ਵਰਗਾ ਪਰਮੇਸ਼ਰ ਦਾ ਨਾਮ ਮਿੱਠਾ ਹੈ, ਮਿਠਾਸ ਭਰਿਆ, ਉਹ ਨਹੀਂ ਕਦੇ ਵੀ ਚੇਤੇ ਕਰਦਾ, ਉਹਦੀ ਕਦੇ ਜਾਚਨਾ ਵੀ ਨਹੀਂ ਕਰਦਾ, ਮਹਾਰਾਜ ਮੈਨੂੰ ਨਾਮ ਅੰਮ੍ਰਿਤ ਦੀ ਦਾਤ ਬਖਸ਼ੋ। ਤੋ ਇਸ ਲਈ ਹਜ਼ੂਰ ਕਹਿੰਦੇ, ਕੌੜਾ ਕੋਈ ਨਾ ਮੰਗੈ। ਪਰਮੇਸ਼ਰ ਦਾ ਨਾਮ ਮਿਠਾਸ ਭਰਿਆ, ਪਰ ਹਜ਼ੂਰ ਕਹਿੰਦੇ ਕੌੜਾ ਲੱਗਦਾ ਹੈ। ਜਾਂ ਕਹਿ ਲਈਏ ਕਿ ਜਿਹੜਾ ਰੱਬ ਦੇ ਦਿੱਤੇ ਹੋਏ ਦੁੱਖ ਹੈ, ਜਿਨ੍ਹਾਂ ਦੁੱਖਾਂ ਕਰਕੇ ਰੱਬ ਛੇਤੀ ਚੇਤੇ ਆਉਂਦਾ, ਪਰਮਾਤਮਾ ਦੇ ਚਰਨਾਂ ਦੇ ਨਾਲ ਚਿੱਤ ਛੇਤੀ ਜੁੜਦਾ, ਉਹ ਕਦੇ ਵੀ ਮਹਾਰਾਜ ਕਹਿੰਦੇ ਜੀਵ ਮੰਗਦਾ ਨਹੀਂ ਹੈ। ਮਿੱਠਾ ਸਭ ਮਾਗੈ। ਹਰ ਕੋਈ ਮਹਾਰਾਜ ਕਹਿੰਦੇ ਮਿੱਠਾ ਹੀ ਮੰਗਦਾ, ਮਿੱਠੇ ਪਦਾਰਥ, ਮਿੱਠਾ ਜਾਂ ਸੁੱਖ ਹੀ ਹਰ ਸਮੇਂ ਮੰਗਦਾ ਰਹਿੰਦਾ ਹੈ। ਸਭ ਕੋਈ ਮਿੱਠਾ ਮੰਗ ਦੇਖੈ। ਤੋ ਹਜੂਰ ਕਹਿੰਦੇ ਹਨ, ਸਭ ਜੀਵਾਂ ਨੇ ਸੰਸਾਰ ਦੇ ਅੰਦਰ ਮਿੱਠੇ ਪਦਾਰਥਾਂ ਨੂੰ, ਮਿੱਠੇ ਸੰਸਾਰ ਦੇ ਵਿਸ਼ੇ ਸੁੱਖਾਂ ਨੂੰ ਮੰਗ ਕਰਕੇ ਦੇਖ ਲਿਆ, ਖਸਮ ਭਾਵੈ ਸੋ ਕਰੇ। ਪਰ ਅਸਲ ਦੇ ਵਿੱਚ ਜੋ ਮਾਲਕ ਪਰਮੇਸ਼ਰ ਨੂੰ ਭਾਉਂਦਾ ਹੈ ਨਾ, ਉਹੋ ਹੀ ਸੰਸਾਰ ਦੇ ਅੰਦਰ ਕਰਦਾ ਹੈ। ਹਰ ਕੋਈ ਸੁੱਖ ਹੀ ਭਾਵੇਂ ਲੋੜਦਾ, ਪਰ ਸੁੱਖ ਵੀ ਭਾਗਾਂ ਦੇ ਨਾਲ ਹੀ ਸਾਧ ਸੰਗਤ ਜੀ ਮਿਲਦਾ ਹੈ। ਜੇ ਕਿਸੇ ਅੱਗੇ ਕੋਈ ਕੰਡੇ ਖਿਲਾਰਦਾ ਤੇ ਆਪਣੇ ਅੱਗੇ ਵੀ ਤਾਂ ਆਖਰਕਾਰ ਆਉਂਦੇ ਹੀ ਹੈ ਨਾ। ਜਿਵੇਂ ਸਿਆਣਿਆਂ ਦੀ ਬੋਲ ਅਸੀਂ ਪੜ੍ਹਦੇ ਹਾਂ, ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ। ਤੇ ਜੇ ਕੀਤਾ ਹੀ ਹਰ ਸਮੇਂ ਬੁਰਾ ਹੀ ਹੈ, ਜ਼ਿੰਦਗੀ ਵਿੱਚ ਹਰ ਸਮੇਂ ਬੁਰਾ ਹੀ ਸੋਚਿਆ ਹੈ, ਕਦੇ ਕਿਸੇ ਦਾ ਭਲਾ ਨਹੀਂ ਕੀਤਾ, ਕਦੇ ਕਿਸੇ ਪ੍ਰਤੀ ਭਲਾ ਸੋਚਿਆ ਨਹੀਂ, ਤੇ ਸਾਧ ਸੰਗਤ ਜੀ ਫਿਰ ਆਪਣੇ ਨਾਲ ਵੀ ਤਾਂ ਫਿਰ ਉਦਾਂ ਦਾ ਹੀ ਹੋਵੇਗਾ ਨਾ, ਜਿੱਦਾਂ ਦਾ ਕਿਸੇ ਨਾਲ ਵਰਤਾਰਾ ਅਸੀਂ ਵਰਤੇ ਹੋਵਾਂਗੇ। ਕਿਉਂਕਿ ਪਰਮਾਤਮਾ ਵਿਚਾਰ ਦੀ ਤੱਕੜੀ ਵਿੱਚ ਪੂਰਾ ਮਾਪ ਕਰਕੇ ਜੀਵਾਂ ਨੂੰ ਫਲ ਦਿੰਦਾ, ਪੂਰਾ ਇਨ ਬਿਨ ਪੂਰਾ। ਰੱਤੀ ਮਾਤਰ ਵੀ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਦਾ, ਕੋਈ ਫਰਕ ਨਹੀਂ ਪੈਣ ਦਿੰਦਾ। ਪਰਮਾਤਮਾ ਦੇ ਕੋਲ ਤੱਕੜੀ ਇਦਾਂ ਦੀ ਵਿਚਾਰ ਦੀ ਤੱਕੜੀ ਹੈ, ਪਰਮੇਸ਼ਰ ਦੇ ਕੋਲ ਵਿਚਾਰ ਕੇ ਪੂਰਾ ਮਾਪ ਕਰਕੇ
ਜਿੱਦਾਂ ਦਾ ਜੀਵਨ ਕਿਸੇ ਨੇ ਨਿਰਵਾਹ ਕੀਤਾ ਹੈ, ਜਿੱਦਾਂ ਦਾ ਕਿਸੇ ਨਾਲ ਵਰਤਿਆ, ਫਿਰ ਉਦਾਂ ਦਾ ਹੀ ਸਾਧ ਸੰਗਤ ਜੀ ਰੱਬ ਉਹਨਾਂ ਨੂੰ ਫਲ ਦਿੰਦਾ ਹੈ। ਤੋ ਇਸ ਪ੍ਰਕਾਰ ਇਦਾਂ ਹੀ ਹੈ ਸੰਸਾਰ ਦੇ ਅੰਦਰ, ਕਦੇ ਕਿਸੇ ਦੀ ਵਾਰੀ ਆ ਜਾਂਦੀ ਹੈ, ਫਿਰ ਕਦੇ ਕਿਸੇ ਦੀ ਵਾਰੀ ਆ ਜਾਂਦੀ ਹੈ। ਮਹਾਰਾਜ ਕਹਿੰਦੇ ਕੁਝ ਸੰਸਾਰ ਦਾ ਸਿਲਸਿਲਾ ਇਦਾਂ ਦਾ ਹੀ ਤੁਰਿਆ ਆ ਰਿਹਾ ਹੈ ਸੰਸਾਰ ਦੇ ਜੀਵਾਂ ਦਾ। ਤੋ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਜੋ ਮਾਲਕ ਪਰਮੇਸ਼ਰ ਨੂੰ ਪਾਉਂਦਾ ਹੈ ਨਾ, ਉਹ ਕੁਝ ਹੀ ਮਹਾਰਾਜ ਕਹਿੰਦੇ ਹੁੰਦਾ ਹੈ, ਉਹ ਕੁਝ ਹੀ ਸੰਸਾਰ ਦੇ ਅੰਦਰ ਜੀਵ ਕਰਦਾ ਹੈ। ਕਿ ਹਰ ਕੋਈ ਭਾਵੇਂ ਮਿੱਠਾ ਹੀ ਮੰਗਣ ਦੇ ਵਾਸਤੇ ਸੁੱਖ ਹੀ ਮੰਗਦਾ ਹੈ, ਪਰ ਭਾਗਾਂ ਤੋਂ ਬਿਨਾ ਮਹਾਰਾਜ ਕਹਿੰਦੇ ਆਤਮਿਕ ਸੁੱਖ ਵੀ ਨਹੀਂ ਮਿਲਦਾ। ਭਾਗਾਂ ਤੋਂ ਬਿਨਾ ਆਤਮਿਕ ਸੁੱਖ ਤਾਂ ਕੀ ਪ੍ਰਤੱਖ ਸਰੀਰ ਕਰਕੇ ਵੀ ਕਈ ਵਾਰ ਜੀਵ ਨੂੰ ਸੁੱਖ ਨਹੀਂ ਨਸੀਬ ਹੁੰਦਾ। ਜਿਨ੍ਹਾਂ ਦੇ ਭਾਗ ਜਾਗਦੇ ਨੇ ਉਹ ਹੀ ਸਾਧ ਸੰਗਤ ਜੀ ਤਨ ਕਰਕੇ ਮਨ ਕਰਕੇ ਗੁਰੂ ਕੇ ਪਿਆਰ ਵਾਲੇ ਗੁਰਸਿੱਖ ਸੁੱਖਾਂ ਦੀ ਪ੍ਰਾਪਤੀ ਕਰਦੇ ਹੈ, ਜਿਨ੍ਹਾਂ ਤੇ ਪ੍ਰਮਾਤਮਾ ਕਿਰਪਾ ਕਰਦਾ ਹੈ। ਕਿਛ ਪੁੰਨ ਦਾਨ ਅਨੇਕ ਕਰਨੀ, ਕੁਝ ਸੰਸਾਰ ਦੇ ਅੰਦਰ ਭਾਵੇਂ ਪੁੰਨ ਵੀ ਕੀਤੇ ਆ, ਭਾਵੇਂ ਦਾਨ ਵੀ ਕੀਤਾ, ਅਨੇਕਾਂ ਹੋਰ ਭਾਵੇਂ ਕਰਨੀਆਂ, ਕਹੀ ਜਾਵੇ ਕਿ ਬੜੇ ਸੰਜਮ ਕਰਮ ਕੀਤੇ ਹਨ। ਨਾਮ ਤੁਲ ਨਾ ਸਮਸਰੇ, ਪਰ ਹੈ ਸਿੱਧੋ ਵਾਹਿਗੁਰੂ ਦੇ ਨਾਮ ਦੇ ਸਮਸਤ ਕੋਈ ਨਹੀਂ ਪੁੱਜ ਸਕਦਾ। ਜਿੰਨੇ ਮਰਜੀ ਕੋ ਪੁੰਨ ਦਾਨ ਕਰ ਲਵੇ, ਜਿੰਨੇ ਮਰਜੀ ਯਮ ਨੇਮ ਆਦਿ ਕੋ ਭਾਵੇਂ ਸੰਜਮ ਕਰ ਲਵੇ, ਇੰਦਰੀਆਂ ਦੇ ਦਮਨ ਕਰ ਲਵੇ, ਜਿਤਨੀਆਂ ਮਰਜੀ ਸਾਧਨਾਵਾਂ ਜੀਵਨ ਦੇ ਅੰਦਰ ਧਾਰਨ ਕਰ ਲਵੇ, ਪਰ ਪਰਮੇਸ਼ਰ ਦੇ ਨਾਮ ਦੇ ਤੁਲ ਨਹੀਂ ਮਹਾਰਾਜ ਕਹਿੰਦੇ ਕੋਈ ਪੁੱਜ ਸਕਦਾ। ਜਿੰਨੇ ਮਰਜੀ ਕੋਈ ਯਤਨ ਕਰ ਲਵੇ, ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਵਾਹਿਗੁਰੂ ਦੇ ਨਾਮ ਦੇ ਸਮਸਤ ਕੋਈ ਨਹੀਂ ਦੁਨੀਆ ਦਾ ਸਾਧਨ ਪਹੁੰਚ ਕਰ ਸਕਦਾ। ਜੋਗ ਜਗ ਭਾਵੇਂ ਕੋਈ ਯੋਗਾ ਅਭਿਆਸ ਕਰ ਲਵੇ, ਜਗ ਕਰ ਲਵੇ, ਭਾਵੇਂ ਪੁੰਨ ਦਾਨ ਕਰ ਲਵੇ, ਸਾਧ ਸੰਗਤ ਜੀ ਪਰਮੇਸ਼ਰ ਦੇ ਨਾਮ ਦੇ ਤੁਲ ਮਹਾਰਾਜ ਕਹਿੰਦੇ ਕੋਈ ਵੀ ਪਹੁੰਚਣ ਵਾਲਾ ਨਹੀਂ ਹੈ। ਨਾਨਕ ਜਿਨ ਨਾਮ ਮਿਲਿਆ, ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਨੇ, ਹੇ ਗੁਰਸਿੱਖੋ, ਜਿਨ੍ਹਾਂ ਨੂੰ ਜੀਵਨ ਦੇ ਅੰਦਰ ਵਾਹਿਗੁਰੂ ਦਾ ਨਾਮ ਮਿਲਿਆ ਹੈ, ਕਰਮ ਹੋਆ ਧੁਰ ਕਦੇ, ਜਾਣੋ ਕਿ ਉਹ ਪੂਰਬਲੇ ਕਿਸੇ ਜਨਮ ਦਾ ਉਹਨਾਂ ਦਾ ਚੰਗਾ ਨਿਸ਼ਕਾਮ ਕਰਮਾਂ ਦਾ ਬੀਜਿਆ ਹੋਇਆ ਬੀਜ ਪ੍ਰਮਾਤਮਾ ਨੇ ਇਹ ਫਲ ਉਹਨਾਂ ਨੂੰ ਦਿੱਤਾ ਹੀ ਹੈ, ਪੂਰਬਲੇ ਜਨਮਾਂ ਦਾ। ਸਤ ਸੰਗਤ ਜੀ ਇੱਕ ਛੋਟੀ ਜੀ ਸਾਖੀ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਾਂ। ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਬਹੁਤੀ ਗੁਰਬਾਣੀ ਪੜ੍ਹਨ ਦਾ ਕੀ ਲਾਭ ਹੈ? ਇਹ ਤਾਂ ਬੇਨਤੀ ਕਰਾਂ ਧਿਆਨ ਦੇ ਨਾਲ ਸਾਧ ਸੰਗਤ ਜੀ ਸਰਵਣ ਕਰਨਾ। ਜਿਹੜੇ ਕਹਿੰਦੇ ਆ ਨਾ ਕਿ ਬਹੁਤੀ ਗੁਰਬਾਣੀ ਪੜ੍ਹਨ ਦਾ ਲਾਭ ਨਹੀਂ, ਧਿਆਨ ਦੇ ਨਾਲ ਸਰਵਣ ਕਰਨਾ ਕਿ ਕਿੰਨਾ ਲਾਭ ਹੈ ਗੁਰੂ ਕੀ ਬਾਣੀ ਪੜ੍ਹਨੇ ਦਾ। ਭਾਵੇਂ ਥੋੜੀ ਪੜ੍ਹਦਾ ਹੈ, ਭਾਵੇਂ ਕੋਈ ਬਹੁਤੀ ਗੁਰਬਾਣੀ ਦਾ ਜਾਪ ਕਰਦਾ ਹੈ, ਲਾਭ ਹੀ ਲਾਭ ਹੈ, ਕਦੇ ਘਾਟਾ ਨਹੀਂ, ਕਦੇ ਨੁਕਸਾਨ ਨਹੀਂ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਹੈ ਸਿੱਖਾਂ ਨੇ, ਤੇ ਹਜੂਰ ਨੇ ਅੱਗੋਂ ਵਚਨ ਕੀਤਾ। ਸਾਧ ਸੰਗਤ ਜੀ ਦੀਵਾਨ ਸਜਿਆ ਹੋਇਆ, ਉੱਥੇ ਇੱਕ ਚਮਕਦੀ ਹੋਈ ਕੋਈ ਚੀਜ਼ ਨਜ਼ਰ ਆ ਰਹੀ ਸੀਗੀ। ਅੰਤਰਜਾਮੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਜਾਓ ਉਹ ਦੇਖੋ ਕੀ ਚਮਕਦਾ ਪਿਆ। ਤੇ ਜਦੋਂ ਸਿੱਖਾਂ ਨੇ ਦੇਖਿਆ, ਫੜ ਕਰਕੇ ਲੈ ਕੇ ਆਏ ਨੇ ਉਹ ਸਾਧ ਸੰਗਤ ਜੀ ਟੁੱਟਾ ਹੋਇਆ ਜੋ ਮਿੱਟੀ ਦਾ ਭਾਂਡਾ ਸੀਗਾ, ਤੇ ਉਹ ਲਿਸ਼ਕਾ ਮਾਰਦਾ ਪਿਆ ਸੀ। ਜਦੋਂ ਕੋਲ ਲੈ ਕੇ ਆਏ ਤੇ ਕਹਿਣ ਲੱਗੇ, ਮਹਾਰਾਜ ਲੱਗਦਾ ਇਹ ਕੋਈ ਨਾ ਕੱਚਾ ਭਾਂਡਾ ਸੀਗਾ। ਤੇ ਅੰਤਰਜਾਮੀ ਸਤਿਗੁਰੂ ਜੀ ਨੇ ਵਚਨ ਕੀਤਾ, ਕਹਿੰਦੇ ਲਿਸ਼ਕਾ ਕਿਉਂ ਮਾਰਦਾ ਪਿਆ ਸੀ? ਪਤਾ ਹੈ? ਮਹਾਰਾਜ ਨੇ ਸਾਨੂੰ ਨਹੀਂ ਪਤਾ। ਹਜੂਰ ਕਹਿੰਦੇ ਇਸ ਨੇ ਘਿਓ ਦੀ ਸੰਗਤ ਕੀਤੀ ਸੀ, ਕਿਸੇ ਸਮੇਂ ਘਿਓ ਦੀ, ਇਸ ਭਾਂਡੇ ਵਿੱਚ ਘਿਓ ਪਾ ਕਰਕੇ ਰੱਖਿਆ ਹੋਇਆ ਸੀਗਾ। ਠੀਕ ਹੈ, ਇਹ ਟੁੱਟ ਗਿਆ, ਤਿੜਕ ਗਿਆ, ਫਿਰ ਮਿੱਟੀ ਵਿੱਚ ਮਿਲ ਗਿਆ। ਫਿਰ ਦੁਬਾਰਾ ਜਦੋਂ ਮੀਂਹ ਪਿਆ ਨਾ, ਸਾਧ ਸੰਗਤ ਜੀ ਕਈ ਵਾਰ ਠੀਕਰਾਂ ਜਿਹੜੇ ਆ ਨਾ ਉਹ ਰੋਡ ਦੇ ਉੱਪਰ ਆ ਜਾਂਦੇ, ਜਦੋਂ ਮੀਂਹ ਪੈਂਦਾ ਵਰਖਾ ਹੁੰਦੀ ਹੈ, ਧਰਤੀ ਤੋਂ ਜ਼ੋਰ ਦੇ ਨਾਲ ਜਦੋਂ ਮੀਂਹ ਪਵੇ ਤੇ ਉੱਪਰ ਆ ਜਾਂਦੇ ਆ। ਕਿੰਨੀਆਂ ਠੀਕਰਾਂ ਉੱਪਰ ਉੱਚੀਆਂ ਉੱਠੀਆਂ ਹੁੰਦੀਆਂ ਨੇ। ਕਹਿੰਦੇ ਜਦੋਂ ਵਰਖਾ ਹੋਈ ਹੈ, ਉੱਚਾ ਉੱਠਿਆ, ਫਿਰ ਸੂਰਜ ਦਾ ਪ੍ਰਤੀਬਿੰਬ ਪਿਆ, ਕਿਰਨਾਂ ਦੇ ਨਾਲ ਜਦੋਂ ਪ੍ਰਕਾਸ਼ ਹੋਏ, ਇਹਦੇ ਵਿਚਲਾ ਜਿਹੜਾ ਘਿਓ ਦੇ ਕੀਤੀ ਹੋਈ ਸੰਗਤ ਸੀ ਨਾ, ਧੰਦਿਆਈ ਸੀ, ਉਹ ਪ੍ਰਗਟ ਹੋਏ, ਉਹਦੇ ਕਰਕੇ ਇਹਦੇ ਵਿੱਚ ਚਮਕ ਪੈ ਰਹੀ ਹੈ। ਤੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਅਸੀਂ ਕੁਝ ਸਮਝੇ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਉਦਾਹਰਨ ਦਿੱਤੀ, ਗੁਰਸਿੱਖੋ
ਜਿਹੜਾ ਸਰੀਰ ਹੈ ਨਾ ਵੀ ਇੱਕ ਭਾਂਡੇ ਦੀ ਤਰ੍ਹਾਂ ਹੈ, ਮਿੱਟੀ ਦਾ ਭਾਂਡਾ ਹੀ ਹੈ ਸਰੀਰ, ਮਿੱਟੀ ਤੋਂ ਬਣਿਆ ਹੋਇਆ, ਪਤਾ ਨਹੀਂ ਕਿਹੜੇ ਵੇਲੇ ਭੱਜ ਜਾਣਾ। ਜੇ ਇਹ ਮਿੱਟੀ ਦੇ ਭਾਂਡੇ ਨੇ ਗੁਰੂ ਕੀ ਬਾਣੀ ਦੀ ਸੰਗਤ ਕੀਤੀ ਹੋਵੇ ਨਾ, ਭਾਵ ਪਿਆਰ ਦੇ ਨਾਲ ਗੁਰਬਾਣੀ ਪੜ੍ਹੀ ਹੋਵੇ, ਗੁਰਸਿੱਖ ਭਾਵਨਾ ਦੇ ਨਾਲ ਗੁਰੂ ਕੀ ਬਾਣੀ ਦਾ ਜਾਪ ਕਰਦਾ ਹੋਵੇ, ਭਾਵੇਂ ਥੋੜੀ ਪੜ੍ਹਦਾ ਭਾਵੇਂ ਬਹੁਤੀ ਪੜ੍ਹਦਾ, ਤੇ ਸਰੀਰ ਰੂਪੀ ਭਾਂਡਾ ਭਾਵੇਂ ਭੱਜ ਜਾਵੇ, ਪਰ ਜਦੋਂ ਜਿਹੜਾ ਚੰਗਾ ਕਰਮ ਅੱਗੇ ਆਉਂਦਾ ਹੈ ਨਾ ਜੀਵ ਦਾ, ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਦੁਬਾਰਾ ਵੀ ਜਦੋਂ ਜਨਮ ਮਿਲ ਜਾਂਦਾ, ਜੇ ਕੋਈ ਮਾੜਾ ਇਦਾਂ ਦਾ ਪਾਪ ਕੋਈ ਕਰਮ ਕੋਈ ਅੱਗੇ ਹੋ ਜਾਂਦਾ ਜੀਵਨ ਦੇ ਅੰਦਰ, ਨਹੀਂ ਮੁਕਤੀ ਦੀ ਦਾਤ ਮਿਲਦੀ। ਮਹਾਰਾਜ ਕਹਿੰਦੇ ਦੁਬਾਰਾ ਫਿਰ ਸਤਿਗੁਰੂ ਜੀ ਕਿਰਪਾ ਕਰਦੇ, ਮਨੁੱਖਾ ਜੀਵਨ ਬਖਸ਼ਿਸ਼ ਕਰਦੇ ਐ। ਤੇ ਜਿਹੜਾ ਘੱਟਾ ਮਿੱਟੀ ਦੀ ਤਰ੍ਹਾਂ ਅਵਿਦਿਆ ਦਾ ਪੜਦਾ ਪਿਆ ਹੁੰਦਾ ਮੱਤ ਤੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਗਤ ਵਿੱਚ ਜੀਵ ਆਉਂਦਾ, ਸਤਿਗੁਰੂ ਜੀ ਉਪਦੇਸ਼ ਰੂਪੀ ਡਾਢੀ ਵਰਖਾ ਕਰਦੇ ਐ। ਮਹਾਰਾਜ ਜੀ ਦੀ ਉਪਦੇਸ਼ ਰੂਪੀ ਵਰਖਾ ਹੁੰਦੀ ਹੈ, ਫਿਰ ਗਿਆਨ ਰੂਪੀ ਸੂਰਜ ਦੇ ਨਾਲ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖਿਆ ਦੀਆਂ ਕਿਰਨਾਂ ਪੈਂਦੀਆਂ ਨੇ, ਫਿਰ ਹਿਰਦੇ ਅੰਦਰ ਸਾਧ ਸੰਗਤ ਜੀ ਚਮਕ ਪੈਦਾ ਹੁੰਦੀ, ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਇਹ ਗਰੀਬ ਨਵਾਜ ਸਤਿਗੁਰੂ ਜੀ ਨੇ ਸਮਝਾਇਆ ਹੈ। ਤੋ ਕਹਿੰਦੇ ਹਨ ਕਿ ਪੂਰਬਲਾ ਕੋਈ ਕਰਮ ਸੀਗਾ ਜਿਸ ਕਰਕੇ ਨਾਮ ਦੀ ਦਾਤ ਜੀਵਨ ਦੇ ਅੰਦਰ ਮਿਲੀ ਹੈ। ਫਿਰ ਇਹ ਪੰਕਤੀ ਪੜੋ ਜੀ, ਨਾਨਕਾ ਜਿਨ ਨਾਮ ਮਿਲਿਆ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਜਿਨ੍ਹਾਂ ਨੂੰ ਜੀਵਨ ਦੇ ਅੰਦਰ ਵਾਹਿਗੁਰੂ ਦਾ ਨਾਮ ਮਿਲਿਆ ਹੈ। ਕਰਮ ਹੋਆ ਧੁਰ ਕਦੇ, ਧੁਰ ਕਦੇ ਕਦੇ ਕਤਾਈ। ਮਹਾਰਾਜ ਕਹਿੰਦੇ ਪੂਰਬਲਾ ਦਾ ਕੋਈ ਕਰਮ ਜਿਹੜਾ ਸੀ ਨਾ, ਨਿਸ਼ਕਾਮ ਕਰਮਾਂ ਦਾ ਬੀਜ ਬੀਜਿਆ ਸੀ, ਉਹਦੇ ਕਰਕੇ ਰੱਬ ਨੇ ਧੁਰੋਂ ਇਹ ਦਾਤ ਲਿਖ ਕਰਕੇ ਪਾਈ ਹੈ। ਪਤਾ ਨਹੀਂ ਕਈ ਵਾਰ ਬਾਲਕ ਅਵਸਥਾ ਦੇ ਵਿੱਚ ਹੀ ਬਖਸ਼ਿਸ਼ ਹੋ ਜਾਂਦੀ ਹੈ, ਨਹੀਂ ਤਾਂ ਜਵਾਨੀ ਦੀ ਅਵਸਥਾ ਦੇ ਵਿੱਚ ਜੀਵ ਨੂੰ ਸੋਝੀ ਆਉਂਦੀ ਹੈ। ਕਈ ਵਾਰ ਜ਼ਿੰਦਗੀ ਦਾ ਵੱਡਾ ਪੱਖ ਲੰਘ ਜਾਂਦਾ, ਫਿਰ ਬੁਢੇਪੇ ਵਿੱਚ ਜਾ ਕਰਕੇ ਕਿਤੇ ਸਮਝ ਆਉਂਦੀ ਹੈ, ਤਾਂ ਮਹਾਰਾਜ ਜੀ ਤੋਂ ਨਾਮ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦਾ ਹੈ। ਸਭ ਉਪਾਈ ਅਨਾਪ। ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਗੁਰਸਿੱਖੋ, ਸਾਰਾ ਕੁਝ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਪੈਦਾ ਕੀਤਾ, ਸਾਰੀ ਸ੍ਰਿਸ਼ਟੀ ਨੂੰ ਆਪ ਹੀ ਉਤਪੰਨ ਕੀਤਾ ਹੈ। ਆਪੇ ਨਦਰ ਕਰੇ। ਆਪ ਹੀ ਪ੍ਰਮਾਤਮਾ ਆਪਣੇ ਪਿਆਰ ਵਾਲੇ ਗੁਰਸਿੱਖਾਂ, ਭਗਤੀ ਕਰਨ ਵਾਲੇ ਬ੍ਰਹਮ ਬੇਤਿਆਂ ਭਗਤ ਜਨਾਂ ਦੇ ਕਿਰਪਾ ਦ੍ਰਿਸ਼ਟੀ ਕਰਨ ਵਾਲਾ ਹੈ। ਜਿਨ੍ਹਾਂ ਤੇ ਵਾਹਿਗੁਰੂ ਅੰਮ੍ਰਿਤਮਈ ਦ੍ਰਿਸ਼ਟੀ ਪਾਉਂਦਾ, ਉਹਨਾਂ ਦੇ ਹਿਰਦੇ ਅੰਦਰ ਆਪਣੇ ਚਰਨਾਂ ਦਾ ਪਿਆਰ ਲਗਾਉਂਦਾ, ਨਾਮ ਅੰਮ੍ਰਿਤ ਦੀ ਦਾਤ ਦੇ ਕਰਕੇ ਉਹਨਾਂ ਨੂੰ ਨਿਵਾਜ ਦਿੰਦਾ ਹੈ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਨਾਨਕਾ ਜਿਨ ਨਾਮ ਮਿਲਿਆ, ਕਰਮ ਹੋਆ ਧੁਰ ਕਦੇ। ਸਭ ਉਪਾਈਨ ਆਪ, ਆਪੇ ਨਦਰ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।